देश दुनिया च बसते पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट रजीत भास्कर जी और सरदार हमीर सिंह जी, दोनों ਨੂੰ जी आया। बहुत बहुत शुक्रिया रंधावा जी। शुक्रिया जी बहुत बहुत। पंजाब की सियासत अज हंगामा खेज है क्योंकि पंजाब दो पावर सेंटर्स के नाल अगे वध रहा, भगवंत मान और दिल्ली। ये चर्चा सदा ही लगी हुई है सरकार बनने तो बाद, लेकिन जिमें राघव चड्डा का एलीवेशन हो रहा सीगा उन्होंने लैके एक पटीशन हाई कोर्ट दे विच अज निपटाती गई। लेकिन उस निपटाउण दे नाल कुछ टीवी चैनलों के हवाले नाल ये खबर है कि चीफ जस्टिस हाई कोर्ट दे वो काफ़ी सख्त टिप्पणी सरकार ते कर रहा, काफ़ी सख्त टिप्पणी कर रहा। सरदार हमीर सिंह होरां तो जानने की कोशिश करते हैं ਜਿਹੜੀਆਂ ਟਿੱਪਣੀਆਂ ਉਹ ਲੋਕਤੰਤਰ ਤੇ ਨੇ, ਉਹ ਸਿਸਟਮ ਤੇ ਨੇ, ਉਹ ਸਰਕਾਰਾਂ ਦੀ ਕਾਬਲੀਅਤ ਤੇ ਨੇ। ਸੋ ਇਹ ਸਵਾਲ ਅੱਗੇ ਵਧਾਉਂਦੇ ਆ। ਦੂਜਾ, ਪੰਜਾਬ ਦੇ ਚੀਫ ਸੈਕਟਰੀ ਨੂੰ ਲੈ ਕੇ ਵੀਕੇ ਜੰਜੂਆ, ਉਹਨਾਂ ਦੀ ਨਿਯੁਕਤੀ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਹੋਈ, ਉਹਦੇ ਉੱਤੇ ਵੀ ਗੱਲ ਕਰਦੇ ਆ। ਤੀਜਾ ਮਾਮਲਾ, ਅਕਾਲੀ ਦਲ ਦਾ ਰਿਫਟ ਉਵੇਂ ਹੀ ਅੱਗੇ ਵਧ ਰਿਹਾ ਔਰ ਉਹਦੇ ਸਬੰਧ ਚ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਦੋ ਪ੍ਰੈਸ ਕਾਨਫਰੰਸ ਹੁੰਦੀਆਂ ਨੇ, ਉਹਦੇ ਉੱਤੇ ਵੀ ਤੁਹਾਡੇ ਨਾਲ ਅੱਗੇ ਵਧਦੇ ਆ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਮੈਨੂੰ ਇਹ ਦੱਸਿਓ ਕਿ ਇਹ ਬੜੀ ਅਹਿਮ ਪਟੀਸ਼ਨ ਸੀਗੀ। ਰਾਘਵ ਚੱਡਾ ਜਿਹੜੇ ਰਾਜ ਸਭਾ ਦੇ ਮੈਂਬਰ ਆ, ਉਹਨਾਂ ਦੀ ਇੱਕ ਐਡਵਾਈਜ਼ਰੀ ਕਮੇਟੀ ਹੈ, ਉਹਦੇ ਨਜ਼ਰੀਏ ਤੋਂ ਔਰ ਉਹਦੀ ਚੇਅਰਮੈਨਸ਼ਿਪ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨਿਪਟਾਉਣ ਲਈ ਕਹਿਣ ਤੋਂ ਪਹਿਲਾਂ ਜੋ ਜਿਹੜੀ ਬੈਂਚ ਆ ਕਹਿ ਰਹੀ ਆ, ਉਹਨੂੰ ਕਿਵੇਂ ਲਈਏ? ਜੇ ਇਹ ਸਹੀ ਆ, ਜੇ ਟੀਵੀ ਚੈਨਲਾਂ ਦੇ ਹਵਾਲੇ ਨਾਲ ਇਸ ਖਬਰ ਨੂੰ ਪੁਖਤਾ ਮੰਨ ਲਈਏ ਤਾਂ ਇਹ ਟਿੱਪਣੀਆਂ ਬਹੁਤ ਸਟੀਕ ਨੇ, ਕੀ ਕਹਿੰਦੇ ਹੋ? ਬਿਲਕੁਲ, ਜੇਕਰ ਕਾਨੂੰਨੀ ਨਜ਼ਰੀਏ ਤੋਂ ਇਟ ਮੀਨਸ ਜੱਜ ਸਾਹਿਬਾਨ ਤੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਟਿੱਪਣੀ ਕਰਦੇ ਨੇ ਤੇ ਚਾਹੇ ਉਹ ਫੈਸਲਾ ਨਹੀਂ ਹੁੰਦਾ, ਪਰ ਟਿੱਪਣੀਆਂ ਕਈ ਵਾਰ ਫੈਸਲਿਆਂ ਨਾਲੋਂ ਵੀ ਜ਼ਿਆਦਾ ਦਿਲਚਸਪ ਵੀ ਹੁੰਦੀਆਂ ਨੇ ਤੇ ਗੰਭੀਰ ਵੀ ਬੜੀ ਵਾਰ ਹੁੰਦੀਆਂ ਨੇ। ਔਰ ਇਹ ਜਿਹੜਾ ਰਾਘਵ ਚੱਡੇ ਵਾਲਾ ਮਾਮਲਾ ਹੈ, ਅਸਲ ਦੇ ਵਿੱਚ ਜਗਦੀਪ ਸਿੰਘ ਕਈ ਉਹਨਾਂ ਨੇ ਉਦੋਂ ਤੋਂ ਹੀ ਇੱਕ ਪਟੀਸ਼ਨ ਫਾਈਲ ਕੀਤੀ ਜਿਹਦੇ 'ਚ ਸਾਰੇ ਸਵਾਲ ਉਠਾਏ ਸੀ। ਇੱਕ ਕਿ ਗੈਰ ਸੰਵਿਧਾਨਕ ਹੈ, ਦੂਜਾ ਇਹ ਨੋਟੀਫਾਈ ਨਹੀਂ ਅਜੇ ਤੱਕ ਹੋਇਆ ਕਿਸੇ ਵੀ ਰੂਪ ਦੇ ਵਿੱਚ, ਤੀਜਾ ਕਿਸੇ ਬਾਹਰਲੇ ਬੰਦੇ ਨੂੰ ਪੰਜਾਬ ਦੀ ਕਮਾਂਡ ਸੰਭਾਲੀ ਨਹੀਂ ਜਾ ਸਕਦੀ ਕਿਸੇ ਵੀ ਰੂਪ ਦੇ ਵਿੱਚ। ਇਹ ਤੋਹੀਨ ਹੈ ਡੈਮੋਕ੍ਰੇਸੀ ਦੀ ਤੇ ਚੁਣੇ ਹੋਏ ਨੁਮਾਇੰਦੇ ਦੀ ਤੇ ਪੰਜਾਬ ਦੇ ਲੋਕਾਂ ਦੀ, ਕਿਸੇ ਬਾਹਰੀ ਬੰਦੇ ਨੂੰ ਤੁਸੀਂ ਇਸ ਰੂਪ 'ਚ ਦਿੰਦੇ ਹੋ। ਇਹਦੇ ਕਈ ਲੌਜਿਕ ਸੀਗੇ। ਤੇ ਜਦੋਂ ਮਤਲਬ ਈਵਨ ਦੋ ਟੀਵੀ ਚੈਨਲਾਂ ਦੀ ਇਹ ਰਿਪੋਰਟ ਹੈ ਜਿਹੜੀ ਰਾਈਟਿੰਗ ਉਸ 'ਚ ਵੀ ਆਈ ਹੈ, ਜਦੋਂ ਚੀਫ ਜਸਟਿਸ ਇਹ ਕਹਿੰਦੇ ਨੇ, ਪੁੱਛਦੇ ਨੇ, ਸਵਾਲ ਪੁੱਛਦੇ ਨੇ ਪੰਜਾਬ ਗਵਰਨਮੈਂਟ ਦੇ ਵਕੀਲ ਤੋਂ ਕਿ ਕੀ ਇਹ ਗੈਰ ਸੰਵਿਧਾਨਕ ਨਹੀਂ ਹੈ ਤੁਹਾਡੀ ਨਿਯੁਕਤੀ? ਤੁਹਾਨੂੰ ਕਿਵੇਂ ਲੱਗਦਾ ਕਿ ਤੁਸੀਂ ਕਿਵੇਂ ਕਹਿੰਦੇ ਹੋ ਕਿ ਨਿਯੁਕਤੀ ਗੈਰ ਸੰਵਿਧਾਨਕ ਹੈ? ਦੂਸਰਾ ਉਹ ਸਵਾਲ ਇਹ ਕਰਦੇ ਨੇ, ਬੜਾ ਵੱਡਾ ਸਵਾਲ ਹੈ, ਉਹ ਇਹ ਕਹਿ ਰਹੇ ਨੇ ਫਿਰ ਚੋਣਾਂ ਕਰਾਉਣ ਦਾ ਮਤਲਬ ਕੀ ਰਹਿ ਗਿਆ? ਚੋਣਾਂ ਕਿਉਂ ਕਰਾਉਂਦੇ ਆ ਅਸੀਂ? ਤੇ ਇੰਨੇ ਬੰਦੇ ਚੁਣੇ ਜਾਂਦੇ ਨੇ, ਐਡਾ ਵੱਡਾ ਪ੍ਰੋਸੈਸ ਹੁੰਦਾ ਹੈ, ਤੇ ਜੇ ਐਵੇਂ ਹੀ ਕਿਸੇ ਇੱਕ ਬੰਦੇ ਨੂੰ ਇੰਨੀ ਪਾਵਰ ਸੌਂਪ ਦਿੱਤੀ ਜਾਣੀ ਹੋਵੇ, ਕੀ ਚੋਣਾਂ ਦਾ ਕੋਈ ਗੱਲ ਰਹਿੰਦੀ ਹੈ? ਤੀਜਾ ਸਵਾਲ ਇਹ ਕਰਦੇ ਨੇ ਉਹ ਕਿ ਕੀ ਇਹਦਾ ਮਤਲਬ ਚੁਣੀ ਗਈ ਜਿਹੜੀ ਸਰਕਾਰ ਹੈ ਉਹ ਅਯੋਗ ਹੈ, ਉਹ ਕੈਪੇਬਲ ਨਹੀਂ ਹੈ, ਉਹ ਇਸ ਗੱਲ ਦੇ ਆਪਣਾ ਸਰਕਾਰ ਆਪਣਾ ਪ੍ਰਬੰਧ ਆਪ ਚਲਾਉਣ ਦੇ ਕਾਬਲ ਨਹੀਂ ਹੈ ਕਿ ਤੁਹਾਨੂੰ ਇਹੋ ਜਿਹਾ ਕੋਈ ਬੰਦਾ ਚਾਹੀਦਾ ਜਿਹੜਾ ਬੰਦਾ ਕਿਤੋਂ ਵੀ ਲਿਆ ਕੇ ਤੁਸੀਂ ਇੱਕ ਨੋਟੀਫਿਕੇਸ਼ਨ ਰਾਹੀਂ ਜਾਂ ਬਾਕੀ ਦੀਆਂ ਚੀਜ਼ਾਂ ਕਰ ਦਿੱਤੀਆਂ ਜਾਣ? ਔਰ ਇਹ ਕਿੱਥੇ ਮਤਲਬ ਕਿਸ ਤਰੀਕੇ ਨਾਲ ਸਰਕਾਰ ਨੇ ਸੋਚਿਆ, ਕਿਉਂ ਸੋਚਿਆ? ਇਹ ਸਾਰੀਆਂ ਗੱਲਾਂ ਦੀ ਤਸਦੀਕ ਸ਼ੁਦਾ ਇੱਕ ਜਵਾਬ ਜਿਹੜਾ ਹੈ ਉਹ ਪਟੀਸ਼ਨਰ ਨੂੰ ਦੇਣਾ ਹੈ। ਮਤਲਬ ਜਿਹਨੇ ਸਵਾਲ ਖੜੇ ਕੀਤੇ ਨੇ ਸਾਰੇ, ਪੰਜਾਬ ਗਵਰਨਮੈਂਟ ਨੂੰ ਇਹ ਜ਼ਰੂਰ ਕਿਹਾ ਇਹ ਪਟੀਸ਼ਨ ਦੇ ਨਾਲ ਦੀ ਨਾਲ ਕਿ ਤੁਸੀਂ ਉਹਨੂੰ ਦੇਣਾ ਹੈ। ਔਰ ਇਸੇ ਕਰਕੇ ਰਾਘਵ ਚੱਡਾ ਦਾ ਕੀ ਸੀ ਕਿ ਪਹਿਲਾਂ ਪੰਜਾਬ ਗਵਰਨਮੈਂਟ ਨੇ ਇੱਕ ਚਿੱਠੀ ਕੱਢੀ, ਜਿਹੜੇ ਜਗਮੋਹਨ ਸਿੰਘ ਉਹਨਾਂ ਨੇ ਇਹ ਕਿਹਾ ਉੱਥੇ ਕਿ ਇਹ ਨੋਟੀਫਿਕੇਸ਼ਨ ਨਹੀਂ ਹੈ, ਇਹ ਕੇਵਲ ਚਿੱਠੀ ਹੈ, ਚਿੱਠੀ ਦੀ ਕੋਈ ਵੈਲਿਊ ਨਹੀਂ ਹੁੰਦੀ ਕਿਸੇ ਲੀਗਲ ਕਾਨੂੰਨੀ ਜਿਹੜੇ ਦਾਇਰੇ ਦੇ ਵਿੱਚ। ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਹੋਇਆ, ਤੁਹਾਡੇ ਕੋਲ ਕੁਝ ਵੀ ਉਸ ਲੈਵਲ ਦਾ ਹੈ ਨਹੀਂ। ਔਰ ਸ਼ਾਇਦ ਇਸੇ ਕਰਕੇ ਮੈਨੂੰ ਲੱਗਦਾ ਕਿ ਹਾਈ ਕੋਰਟ ਦੇ ਵਿੱਚ ਇਹ ਗੱਲ ਹੋਣ ਕਰਕੇ ਜਿਹੜਾ ਇਹ ਮੰਨਿਆ ਜਾ ਰਿਹਾ ਸੀ ਕਿ ਅੰਦਰ ਖਾਤੇ ਚੀਫ ਮਿਨਿਸਟਰ ਵੀ ਨੋਟੀਫਿਕੇਸ਼ਨ ਨਹੀਂ ਕਰਨਾ ਚਾਹੁੰਦੇ, ਚੀਫ ਮਿਨਿਸਟਰ ਨੇ ਆਪਣੀ ਇੱਜ਼ਤ ਥੋੜੀ ਜਿਹੀ ਸ਼ਾਇਦ ਬਚਾ ਲਈ ਇਸ ਕਰਕੇ ਕਿ ਉਹ ਨੋਟੀਫਿਕੇਸ਼ਨ ਨਹੀਂ ਕੀਤਾ ਉਹਨਾਂ ਚਿਰ ਜਿੰਨਾ ਚਿਰ ਪਿਆ ਰਿਹਾ ਵੀ ਚਲੋ ਆਪਾਂ ਕਿਉਂ ਇਸ ਪੰਗੇ 'ਚ ਬਹੁਤ ਜ਼ਿਆਦਾ ਪੈਣਾ ਹੈ। ਔਰ ਉਹਦੇ 'ਚ ਇਹ ਸੀਗਾ ਕਿ 3 ਮੈਂਬਰੀ ਜਿਹੜਾ ਇੱਕ ਕਮਿਸ਼ਨ ਬਣਨਾ ਹੈ ਤੇ ਇੱਕ ਚੇਅਰਮੈਨ ਹੋਏਗਾ, ਚੇਅਰਮੈਨ ਲਾਭ ਦੇ ਅਹੁਦੇ ਦਾ ਨਹੀਂ ਹੋਏਗਾ, ਉਹ ਘਰ ਨਹੀਂ ਲਏਗਾ, ਉਹ ਤਨਖਾਹ ਨਹੀਂ ਲਏਗਾ, ਉਹ ਦਫ਼ਤਰ ਦਾ ਖਰਚਾ ਨਹੀਂ ਲਏਗਾ, ਪਰ ਪੰਜਾਬ ਨੂੰ ਪ੍ਰਸ਼ਾਸਨਿਕ ਅਤੇ ਹੋਰ ਜਿਹੜੀਆਂ ਬਹੁਤ ਅਹਿਮ ਮਸਲੇ ਹੋਣਗੇ ਪੰਜਾਬ ਦੇ ਉਹਦੇ ਬਾਰੇ ਸਲਾਹ ਦੇਗਾ। ਇੱਕ ਸਲਾਹਕਾਰੀ ਬਾਡੀ ਹੋਏਗੀ, ਇਹ ਸਲਾਹਕਾਰ ਕਮਿਸ਼ਨ ਹੋਏਗਾ।
ਤੇ ਸਲਾਹ ਦੇ ਵਾਸਤੇ ਹੀ ਤਾਂ ਸਾਰੇ ਲੋਕ ਨੇ ਪੰਜਾਬ ਦੇ ਵਿੱਚ, ਜਿਹੜੇ ਚਾਹੇ ਉਹ ਆਈਐਸ ਅਫਸਰ ਨੇ, ਚਾਹੇ ਉਹ ਇਹੀ ਸਰਦਾਰ ਹਮੀਰ ਸਿੰਘ ਜੀ ਟਿੱਪਣੀ ਹੈ ਮੈਨੂੰ ਲੱਗਦਾ, ਕਿਉਂਕਿ ਇਹ ਬੜਾ ਅਹਿਮ ਬੈਂਚ ਸੀਗਾ, ਡਿਵੀਜ਼ਨ ਬੈਂਚ, ਕਿਉਂਕਿ ਇਹਦੇ ਵਿੱਚ ਚੀਫ ਜਸਟਿਸ ਆਪ ਸ਼ਾਮਲ ਹੁੰਦੇ ਆ। ਜਿਹੜੀ ਸ਼ੁਰੂਆਤੀ ਨੋਟੀਫਿਕੇਸ਼ਨ ਕਿਹਾ ਗਿਆ ਉਹ ਚੀਫ ਸੈਕਟਰੀ ਦੇ ਸਾਈਨਾਂ ਥੱਲੇ ਹੋਇਆ, ਠੀਕ ਹੈ, ਉਹਨੂੰ ਨੋਟੀਫਿਕੇਸ਼ਨ ਨਹੀਂ ਮੰਨਿਆ ਜਾ ਸਕਦਾ, ਲੇਕਿਨ ਜਿਹੜਾ ਨਿਯੁਕਤੀ ਨਾਲ ਸੰਬੰਧਿਤ ਨੋਟੀਫਿਕੇਸ਼ਨ ਹੋਣਾ ਸੀ ਰਾਘਵ ਚੱਡਾ ਦਾ ਨਿੱਜੀ ਤੌਰ ਤੇ, ਇੱਕ ਦਿਲਚਸਪ ਖਬਰ ਆ ਰਹੀ ਸੀਗੀ ਕਿ ਉਹ ਗਵਰਨਰ ਵੱਲ ਭੇਜਿਆ ਗਿਆ ਸੀ, ਉੱਥੋਂ ਫਾਈਲ ਵਾਪਸ ਨਹੀਂ ਸੀ ਆਈ, ਲੇਕਿਨ ਇੱਕ ਮੌਕੇ ਤੇ ਆ ਕੇ ਚੀਫ ਮਿਨਿਸਟਰ ਚਾਹ ਰਹੇ ਸੀਗੇ ਕਿ ਉਹਨੂੰ ਫਾਈਲ ਨੂੰ ਵਾਪਸ ਮੰਗਾ ਲਓ ਜੇ ਸਾਈਨ ਨਹੀਂ ਹੋਏ ਤਾਂ। ਇੱਕ ਇਹੋ ਜਿਹੀ ਵੀ ਸਥਿਤੀ ਬਣੀ। ਦੂਜੀ ਸਥਿਤੀ ਇਹ ਵੀ ਸੀਗੀ ਕਿ ਦੋ ਜਗ੍ਹਾ ਤੇ ਮੰਥਨ ਹੋਇਆ, ਇੱਕ ਤਾਂ ਲਾਭ ਦੇ ਅਹੁਦੇ ਨੂੰ ਲੈ ਕੇ, ਹਿੱਤਾਂ ਦੇ ਟਕਰਾਅ ਨੂੰ ਲੈ ਕੇ, ਉਹਦੇ ਵਿੱਚ ਸੁਰੇਸ਼ ਕੁਮਾਰ ਜਿਹੜੇ ਸਾਬਕਾ ਪ੍ਰਿੰਸੀਪਲ ਸਕੱਤਰ ਸੀਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ, ਉਹਨਾਂ ਦੇ ਸਬੰਧ ਵਿੱਚ, ਉਹਨਾਂ ਦੀ ਨਿਯੁਕਤੀ ਦੇ ਸਬੰਧ 'ਚ ਹਾਈ ਕੋਰਟ ਦੀ ਜਿਹੜੀ ਜੱਜਮੈਂਟ ਆਈ ਸੀ ਉਹਨੂੰ ਵੀ ਨਿੱਠ ਕੇ ਖੰਗਾਲਿਆ ਗਿਆ ਵੀ ਕਿਉਂ ਨਾ, ਜੇ ਸੁਰੇਸ਼ ਕੁਮਾਰ ਇਸ ਦਾਇਰੇ ਤੋਂ ਬਾਹਰ ਹੁੰਦੇ ਆ, ਉਹਨਾਂ ਦੀ ਨਿਯੁਕਤੀ ਜਸਟੀਫਾਈਡ ਆ, ਤੇ ਫਿਰ ਰਾਘਵ ਚੱਡਾ ਦੀ ਉਸ ਨਜ਼ਰੀਏ ਤੋਂ ਕਰਕੇ ਦੇਖੀ ਜਾਵੇ। ਲੇਕਿਨ ਨਾਲ ਹੀ ਦੂਜਾ ਪਹਿਲੂ ਆ ਗਿਆ ਕਿ ਉਹਨਾਂ ਨੂੰ ਤਾਂ ਰੀਐਮਪਲਾਈ ਕੀਤਾ ਗਿਆ ਸੀ, ਉਹਨਾਂ ਕੋਲ 50 ਸਾਲ ਦਾ 45 ਸਾਲ ਦਾ ਤਜਰਬਾ ਸੀ ਇਸ ਖੇਤਰ ਦਾ, ਔਰ ਉਹ ਰੀਐਮਪਲਾਈ ਕੀਤੇ ਗਏ, ਉਹ ਕੋਈ ਰਾਜ ਸਭਾ ਦੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਆਫਸ ਆਫ ਪ੍ਰੋਫਿਟ ਨਹੀਂ ਸੀ ਅਵੇਲ ਕਰ ਰਹੇ। ਦੂਜਾ ਮਾਮਲਾ ਜਦੋਂ ਆਉਂਦਾ ਹੈ ਕਿ ਪ੍ਰੀਵੈਂਸ਼ਨ ਆਫ ਡਿਸਕੁਆਲੀਫਿਕੇਸ਼ਨ ਨਾਂ ਦਾ ਇੱਕ ਜਿਹੜਾ ਐਕਟ 2019 ਦੇ ਵਿੱਚ ਅਮੈਂਡ ਹੋਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਵੇਲੇ, ਜਿਹੜਾ ਪਾਰਲੀਮੈਂਟ ਵਿੱਚ ਸੋਨੀਆ ਗਾਂਧੀ ਦੀ ਸਲਾਹਕਾਰ ਕਮੇਟੀ ਲਈ ਅਮੈਂਡ ਕੀਤਾ ਗਿਆ ਸੀ, ਤੁਹਾਨੂੰ ਪਤਾ ਹੋਣਾ ਯੂਪੀਏ ਵੇਲੇ, ਉਹਨੂੰ ਵੀ ਖੰਗਾਲਿਆ ਗਿਆ ਕਿ ਉਹਨੂੰ ਦੇਖ ਕੇ ਇਹ ਨੋਟੀਫਿਕੇਸ਼ਨ ਕਰਵਾ ਲਿਆ ਜਾਵੇ ਜਾਂ ਉਹਨਾਂ ਚੀਜ਼ਾਂ ਦੇ ਨਜ਼ਰੀਏ ਤੇ, ਤਾਂ ਕਿ ਕੋਰਟਾਂ ਦੇ ਵਿੱਚੋਂ ਕੋਈ ਮੁਸ਼ਕਲ ਪੇਸ਼ ਨਾ ਆਵੇ। ਲੇਕਿਨ ਉਹਨਾਂ ਦੋਵਾਂ 'ਚ ਅਜੇ ਮੰਥਨ ਜਾਰੀ ਸੀ ਜਦੋਂ ਹਾਈ ਕੋਰਟ ਨੇ ਇਹ ਕਹਿਤਾ। ਇਹ ਟਿੱਪਣੀਆਂ ਦੇ ਨਾਲ ਸਰਕਾਰ ਲਈ ਕਿੰਨਾ ਕੁ ਔਖਾ ਹੋ ਗਿਆ ਕਿ ਨੋਟੀਫਿਕੇਸ਼ਨ ਕਰਨ। ਭਗਵੰਤ ਮਾਨ ਦੇ ਹੱਥ ਮੈਨੂੰ ਲੱਗਦਾ ਕਾਫੀ ਮਜ਼ਬੂਤ ਹੋ ਗਏ। ਇਹ ਹੁਣ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਅੰਦਰ ਇੱਕ ਰੌਲਾ ਪਊਗਾ, ਇੱਕ ਮੰਥਨ ਹੋਊਗਾ। आज सुप्रीमो और भगवंत मान एक बार फिर सिर जोड़ के बैठणगे, राघव चड्ढा की नियुक्ति इहदे नाल रुकेगी जां ये कंटिन्यू होएगी, ये सवाल बहुत वड्डा हो गया। भास्कर साहब की टिप्पणी लै लईए नाल नाल। बिल्कुल, अगर देखो राघव चड्ढे के अपॉइंटमेंट के उत्ते जिहड़ी जगमोहन भट्टी उन्हां दी पटीशन सी, उस पटीशन दे विच यह लिखिया गया है कि उन्हां नूं एक बड़ी सुपर पावर वाली पोस्ट दी जा रही है और उन्हां नूं कैबिनेट का रैंक भी दिता जा रहा है। हालांकि वो लैटर और वो गल्लां क्योंकि नोटिफिकेशन तो हुई नहीं, जिहड़ी चीफ सैकटरी दे साइन दे अंडर जिहड़ा लैटर लिखिया गया सी उहदे विच भी कैबिनेट स्टेटस वाली गल नहीं सी। सिर्फ ऐसी एक कमेटी बनाई जाएगी जिहदा एक चेयरमैन नियुक्त किया जाएगा, बाद च उस चेयरमैन का नाम दिता जाता है राघव चड्ढा, जिहड़ा पहले तो ही तय सीगा। इन्हां मुद्दिआं दे उत्ते खास करके मीडिया दे विच गल्लां बहुत उछल के आईयां कि भगवंत मान उन्हां नूं इस गल तो नाराजगी है जिहदे करके वो दिल्ली जाके केजरीवाल साहब नाल मिले और इस मुद्दे ते बड़ी डिटेल्ड डिस्कशन हुई। पर दिल्ली जान तो बाद जब पंजाब दे विच पत्रकारां नाल गल करदे ने ते कहंदे ने पंजाब विच या पार्टी विच या सरकार विच सब कुछ ठीक ठाक है और किसी भी मुद्दे ते साडा किसी नाल भी पार्टी दे विच भी कोई मतभेद नहीं हैगा। अज उस पटीशन का निपटारा हाई कोर्ट ने किया, हालांकि डिसीजन ते कोई नहीं दिता पर टिप्पणी जरूर की। टिप्पणी दे विच उन्होंने जिस तरह हमीर सिंह जी ने भी दस्सिया, उन्होंने कहा जी एक ही व्यक्ति नूं पावर देनी है ਤੇ ਫਿਰ ਇਲੈਕਸ਼ਨ ਕਰਾਉਣ ਦੀ ਲੋੜ ਕੀ ਹੈ। ਰੰਧਾਵਾ ਜੀ, ਕਈ ਵਾਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੀ ਟਿੱਪਣੀਆਂ ਦੇ ਰਾਹੀਂ ਬਹੁਤ ਸਾਰੀ ਚੀਜ਼ਾਂ ਦੇ ਫੈਸਲੇ ਹੋ ਜਾਂਦੇ ਨੇ, ਜਜਮੈਂਟ ਦੀ ਲੋੜ ਹੀ ਨਹੀਂ ਪੈਂਦੀ। ਇਸ ਟਿੱਪਣੀ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਪਰਸੈਪਸ਼ਨ ਚੱਲ ਰਹੀ ਹੈ ਜੀ, ਹਾਲਾਂਕਿ ਸਰਕਾਰ ਨੂੰ, ਕਿਸੇ ਵੀ ਸਰਕਾਰ ਨੂੰ ਇਹ ਹੱਕ ਹੁੰਦਾ ਹੈ ਕੋਈ ਵੀ ਸਲਾਹਕਾਰ ਕਮੇਟੀ ਬਣਾ ਸਕਦੇ ਨੇ, ਔਰ ਕਿਉਂਕਿ ਰਾਘਵ ਚੱਡਾ ਉਹਨਾਂ ਇੱਕ ਰਾਜ ਸਭਾ ਮੈਂਬਰ ਨੇ, ਉਹਨਾਂ ਨੂੰ ਕੈਬਨਿਟ ਦਾ ਸਟੇਟਸ ਨਹੀਂ ਦਿੱਤਾ ਜਾਂਦਾ। ਇੱਥੇ ਕਨਸਟੀਟਿਊਸ਼ਨਲ ਪ੍ਰੋਬਲਮ ਆ ਜਾਂਦੀ, ਕਨਸਟੀਟਿਊਸ਼ਨਲ ਕ੍ਰਾਈਸਿਸ ਵੀ ਆ ਜਾਂਦੇ, ਵਾਇਲੇਸ਼ਨ ਵੀ ਆ ਜਾਂਦੀ, ਕਿਉਂਕਿ ਕੋਈ ਵੀ ਐਮਪੀ ਮਿਨਿਸਟਰ ਕੋਈ ਵੀ ਆਫਿਸ ਆਫ ਪ੍ਰੋਫਿਟ ਨਹੀਂ ਲੈ ਸਕਦਾ ਜੋ ਅਦਰ ਦੈਨ ਸਟੇਟ ਦੀ ਮਿਨਿਸਟਰੀ ਦੇ ਉੱਤੇ ਉਹਨਾਂ ਦਾ ਹੱਕ ਨਹੀਂ ਹੈਗਾ, ਕੈਬਨਿਟ ਮਿਨਿਸਟਰੀ ਦੇ ਉੱਤੇ ਉਹ ਬਣ ਨਹੀਂ ਸਕਦੇ। ਤੇ ਇੱਥੇ ਇਹਦੇ ਵਿੱਚ ਇੱਕ ਕਨਸਟੀਟਿਊਸ਼ਨਲ ਵਾਇਲੇਸ਼ਨ ਜ਼ਰੂਰ ਸੀਗਾ, ਪਰ ਹਜੇ ਤੱਕ ਇਦਾਂ ਦਾ ਵਾਇਲੇਸ਼ਨ ਨਹੀਂ ਹੋਇਆ। ਸਰਕਾਰ ਕੋਲ ਹੱਕ ਹੁੰਦਾ ਹੈ ਕਿ ਉਹ ਕਿਸੇ ਵੀ ਸਲਾਹਕਾਰ, ਕਿਸੇ ਵੀ ਵਿਅਕਤੀ ਨੂੰ, ਭਾਵੇਂ ਉਹ ਰਾਜ ਸਭਾ ਮੈਂਬਰ ਹੋਏ ਜਾਂ ਇੱਕ ਆਮ ਵਿਅਕਤੀ ਵੀ ਹੋਏ, ਉਹਨੂੰ ਆਪਣਾ ਸਲਾਹਕਾਰ बनाया जा सकता है। यह मुद्दे हुण लोकां दी कचहरी दे विच जरूर डिस्कस होणगे, क्योंकि गल जद राघव चड्ढा उन्हां नूं पावर देण दी हुंदी है और नाल नाल यह गल्लां भी चलदी है कि 50 नंबर कोठी तो सारी सरकार चल रही है, ते फिर राजनीतिक गलियारियां दे विच भी और लोकां दे विच भी यह गल्लां पहुंचदियां, चर्चा हुंदी है और इहदे उत्ते एक ओपीनियन बनदा है।
ਸਰਦਾਰ ਹਮੀਰ ਸਿੰਘ ਜੀ, ਆਮ ਹੀ ਇੱਕ ਰਾਏ ਪਾਈ ਜਾ ਰਹੀ ਸੀ ਔਰ ਜਿਹੜੀ ਸਰਕਾਰ ਦੇ ਅੰਦਰ ਰਾਏ ਸੀ, ਮੁੱਖ ਮੰਤਰੀ ਦੇ ਆਲੇ ਦੁਆਲੇ ਚ ਗੱਲ ਚੱਲਦੀ ਸੀਗੀ, ਉਹ ਇਹੀ ਸੀਗੀ ਕਿ ਇਹ ਨਾ ਹੋਵੇ ਕਿ ਨੋਟੀਫਿਕੇਸ਼ਨ ਦੇ ਵਿੱਚ ਜੇਕਰ ਸਲਾਹ ਨੂੰ ਮੰਨਣ ਲਈ ਪਾਬੰਦ ਕਰ ਦਿੱਤਾ ਜਾਵੇ, ਕਿਉਂਕਿ ਨੋਟੀਫਿਕੇਸ਼ਨ ਦੌਰਾਨ ਇਬਾਰਤ ਨੋਟੀਫਿਕੇਸ਼ਨ ਦੀ ਬੜੀ ਅਹਿਮ ਹੁੰਦੀ ਹੈ। ਜੇਕਰ ਗਵਰਨਰ ਤੋਂ ਇਹ ਨਿਯੁਕਤੀ ਹੋ ਕੇ ਆਉਂਦੀ ਹੈ, ਸਹਿਮਤੀ ਬਣ ਕੇ ਆਉਂਦੀ ਹੈ ਔਰ ਸਰਕਾਰ ਸਲਾਹਕਾਰ ਦੀ ਗੱਲ ਮੰਨਣ ਦੀ ਪਾਬੰਦ ਹੋ ਜਾਂਦੀ, ਥੱਲੇ ਇੱਕ ਲਾਈਨ ਹੋ ਜਾਂਦੀ ਹੈ, ਤਾਂ ਫਿਰ ਸਰਕਾਰ ਤਾਂ ਸੁਪਰ ਸਰਕਾਰ ਉਹ ਹੋ ਜਾਂਦੀ ਹੈ। ਸੋ ਇਹ ਤੌਖਲੇ ਸੀਗੇ। ਫਿਲਹਾਲ ਇਹ ਤੁਹਾਨੂੰ ਕੀ ਲੱਗਦਾ, ਇਹਦੇ ਉੱਤੇ ਅਮਲ ਹੋਊਗਾ ਤੁਰੰਤ ਪ੍ਰਭਾਵ ਨਾਲ? ਇਸ ਕਮੈਂਟਸ ਤੋਂ ਬਾਅਦ ਨਿਯੁਕਤੀ ਹੋ ਜੂ, ਇਹ ਨੋਟੀਫਿਕੇਸ਼ਨ ਜਲਦੀ ਹੋ ਜੂ ਜਾਂ ਰਫੜ ਪੈ ਜੂ? ਵੈਸੇ ਤਾਂ ਜਿਹੜੀ ਵੀ ਐਡਵਾਈਜ਼ਰੀ ਕਮਿਸ਼ਨ ਜਾਂ ਕੌਂਸਲ ਹੁੰਦੀ ਹੈ, ਉਹ ਕਦੇ ਵੀ ਉਹਦੇ ਪਾਬੰਦ ਨਹੀਂ ਕਰ ਸਕਦੇ ਕਿ ਇਹ ਪਾਬੰਦ ਹੈ ਗਵਰਨਮੈਂਟ ਇਹਦੀ ਮੰਨਣੀ। ਉਹਦਾ ਰੋਲ ਐਡਵਾਈਜ਼ਰੀ ਉਹ ਹੁੰਦਾ ਜਿਹਨੂੰ ਮਰਜ਼ੀ ਬਿਠਾ ਦਿਓ। ਪਰ ਜਦੋਂ ਪਾਵਰਫੁਲ ਬੰਦਾ ਬੈਠ ਜਾਂਦਾ ਹੈ, ਜਿਹਦੇ ਸਾਰੇ ਮਤਲਬ ਰੂਲ ਨਿਯਮ ਇੱਧਰ ਉੱਧਰ ਕਰਕੇ ਤੁਸੀਂ ਜਿਹਨੂੰ ਫਿਰ ਵੀ ਉਹ ਸੌਂਪਦੇ ਹੋ, ਉਹ ਲਾਈਨ ਲਿਖੇ ਤੋਂ ਬਿਨਾ ਵੀ ਇੱਕ ਟਾਈਪ ਦੀ ਪਾਬੰਦੀ ਹੋ ਜਾਂਦੀ ਹੈ ਕਿ ਮੈਂ ਕਿਹਾ ਹੋਇਆ ਹੈ ਤਾਂ ਜਾਣਾ ਹੀ ਜਾਣਾ ਨਾ, ਕਿਉਂਕਿ ਉਹ ਪਹਿਲੇ ਸੁਪਰ ਬਾਸ ਹੁੰਦਾ ਹੈ ਜਾਂ ਸੁਪਰ ਬਾਸ ਦਾ ਨੁਮਾਇੰਦਾ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹਦੀ ਟਾਲੀ ਨਹੀਂ ਜਾ ਸਕਦੀ, ਲਾਈਨ ਨਾ ਵੀ ਲਿਖੋ ਚਾਹੇ, ਪਰ ਨਾਰਮਲੀ ਲੀਗਲੀ ਸ਼ਾਇਦ ਨਹੀਂ ਲਿਖਿਆ ਜਾ ਸਕਦਾ ਉਸ ਪੱਧਰ ਦੇ ਉੱਤੇ। ਤੇ ਦੂਜੀ ਗੱਲ ਇਹ ਹੈ ਕਿ ਬਿਨਾਂ ਸ਼ੱਕ ਆਮ ਆਦਮੀ ਪਾਰਟੀ ਨੂੰ ਅੰਦਰ ਸੀਰੀਅਸਲੀ ਸੋਚਣਾ ਪਏਗਾ। ਜਿਵੇਂ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਇਹ ਵੀ ਕਿਹਾ ਕਿ ਅਜੇ ਕੰਪਲੀਟ ਨਹੀਂ ਹੋਇਆ ਇਹ ਪ੍ਰੋਸੈਸ, ਨੋਟੀਫਿਕੇਸ਼ਨ ਤੋਂ ਬਾਅਦ ਕੰਪਲੀਟ ਹੋ ਕੇ ਈਵਨ ਇਹਨਾਂ ਦੇ ਵਕੀਲ ਨੇ ਵੀ ਸਰਕਾਰ ਦੇ ਨੇ ਕਿਹਾ ਕਿ ਜੇ ਪ੍ਰੋਸੈਸ ਕੰਪਲੀਟ ਹੋ ਜਾਂਦਾ ਪਟੀਸ਼ਨ ਫੇਰ ਆਉਣੀ ਚਾਹੀਦੀ ਸੀ ਜੀ, ਅਜੇ ਇਹ ਅਧੂਰੀ ਹੈ, ਅਜੇ ਤਾਂ ਸਰਕਾਰ ਨੇ ਨੋਟੀਫਾਈ ਨਹੀਂ ਕੀਤਾ। ਆਮ ਤੌਰ ਤੇ ਅਦਾਲਤਾਂ ਵੀ ਇਹ ਕਰਦੀਆਂ ਨੇ, ਸਧਾਰਨ ਪਟੀਸ਼ਨਾਂ ਨੂੰ ਉਹ ਕਹਿੰਦੇ ਨੇ ਵੀ ਅਜੇ ਸਰਕਾਰ ਨੇ ਕੋਈ ਫੈਸਲਾ ਹੀ ਨਹੀਂ ਲਿਆ ਲੀਗਲੀ, ਅਜੇ ਨੋਟੀਫਿਕੇਸ਼ਨ ਤੋਂ ਕਾਹਦੇ ਤੇ ਆ ਗਏ, ਕਿਵੇਂ ਆ ਗਏ, ਇਹ ਵੀ ਐਵੇਂ ਵੀ ਖਾਰਜ ਹੁੰਦੀਆਂ ਦੇਖੀਆਂ ਨੇ ਕਿੰਨੀਆਂ ਹੀ ਪਟੀਸ਼ਨਾਂ ਜਿਹੜੀਆਂ ਨੇ। ਇਹਦਾ ਮਤਲਬ ਹੈ ਕਿ ਉਹ ਪੋਲੀਟੀਕਲ ਅਸਰ ਕਿਤੇ ਨਾ ਕਿਤੇ ਪੈ ਰਹੇ ਨੇ, ਲੋਕਾਂ ਨੂੰ ਲੱਗ ਰਿਹਾ ਕਿ ਗਲਤ ਹੋ ਰਿਹਾ। ਸਰਦਾਰ ਹਮੀਰ ਸਿੰਘ ਜੀ, ਵੈਸੇ ਤਾਂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਇਹ ਕਿਹਾ ਗਿਆ ਕਿ ਇਹ ਤਾਂ ਬਣਦੀ ਨਹੀਂ ਸੀ ਪਟੀਸ਼ਨ, ਤੇ ਸਿੱਧਾ ਸਿੱਧਾ ਤਾਂ ਬਣਦਾ ਸੀ ਕਿ ਜੇ ਚੀਫ ਜਸਟਿਸ ਸਾਹਿਬ, ਪਹਿਲੀ ਗੱਲ ਤਾਂ ਐਡਾ ਅਹਿਮ ਬੈਂਚ, ਸਭ ਤੋਂ ਵੱਡੀ ਗੱਲ ਕਿ ਇਸ ਪਟੀਸ਼ਨ ਨੂੰ ਸੁਣਨ ਲਈ ਐਡਾ ਅਹਿਮ ਬੈਂਚ ਕਿ ਚੀਫ ਜਸਟਿਸ ਆਪ ਬੈਠੇ, ਇਹਦੇ ਬੜੇ ਵੱਡੇ ਅਰਥ ਆ। ਦੂਜੀ ਗੱਲ ਇਹ ਹੈ ਕਿ ਚੀਫ ਜਸਟਿਸ ਸਾਹਿਬ ਦੇ ਜਿਹੜੇ ਇਹ ਕਮੈਂਟ ਨੇ, ਜੇ ਇਹਨਾਂ ਨੂੰ ਐਜ਼ ਇਟ ਇਜ਼ ਅਸੀਂ ਟੀਵੀ ਚੈਨਲਾਂ ਦੇ ਮਾਧਿਅਮ ਨਾਲ ਮੰਨ ਲਈਏ, ਅਸੀਂ ਇਹ ਪੁਖਤਾ ਨਹੀਂ ਕਰ ਰਹੇ, ਅਸੀਂ ਮੌਕੇ ਤੇ ਮੌਜੂਦ ਨਹੀਂ ਸੀ, ਇਹ ਉਹਨਾਂ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂ, ਜੇ ਇਹਨਾਂ ਨੂੰ ਮੰਨ ਲਈਏ ਤਾਂ ਫਿਰ ਇਹਦਾ ਮਤਲਬ ਹੈ ਕਿ ਇੱਕ ਲਾਈਨ 'ਚ ਖਾਰਜ ਕੀਤੀ ਜਾ ਸਕਦੀ ਸੀ, ਵਾਪਸ ਲੈਣ ਲਈ ਕਿਹਾ ਜਾ ਸਕਦਾ ਸੀ, ਕਿਉਂਕਿ ਅਜੇ ਇਹ ਬਣਦੀ ਨਹੀਂ ਸੀ ਪੰਜਾਬ ਸਰਕਾਰ ਦੇ ਬਕੌਲ ਪੰਜਾਬ ਸਰਕਾਰ ਵਕੀਲ। ਸੋ ਇਹਦਾ ਮਤਲਬ ਹੈ ਕਿ ਇਹਦੀ ਸੀਰੀਅਸਨੈਸ ਨੂੰ ਬੈਂਚ ਨੇ ਬਹੁਤ ਗੰਭੀਰਤਾ ਨਾਲ ਲਿਆ ਔਰ ਉਹਦੇ ਬਾਅਦ ਇਹ ਟਿੱਪਣੀਆਂ ਆਈਆਂ। ਅਦਰਵਾਈਜ਼ ਇਹ ਕਿਹਾ ਜਾ ਸਕਦਾ ਸੀ ਕਿ ਨੋਟੀਫਿਕੇਸ਼ਨ ਤੋਂ ਬਾਅਦ ਮੁੜ ਕੇ ਆ ਸਕਨੇ ਹੋ ਤੁਸੀਂ ਜੀ, ਮੁੜ ਕੇ ਤੁਸੀਂ ਆ ਸਕਦੇ ਹੋ, ਬਿਲਕੁਲ। ਔਰ ਇਸੇ ਕਰਕੇ ਪੰਜਾਬ ਗਵਰਨਮੈਂਟ ਨੂੰ 100 ਵਾਰ ਸੋਚਣਾ ਪਏਗਾ, ਕਿਉਂਕਿ ਇਹ ਅਦਾਲਤ ਦਾ ਇੱਕ ਮਾਈਂਡ ਹੁੰਦਾ ਹੈ, ਇੱਕ ਮੈਸੇਜ ਹੈ, ਇੱਕ ਸੰਕੇਤ ਹੁੰਦਾ ਹੈ ਕਿ ਇਹੋ ਜਿਹੇ ਮੁੱਦਿਆਂ ਨੂੰ ਉਹ ਕਿਸ ਢੰਗ ਨਾਲ ਦੇਖਦੇ ਨੇ, ਕਿਸ ਢੰਗ ਨਾਲ ਬਚਦੇ ਨੇ ਕਿ ਕਿਸ ਲਈ। ਤੁਸੀਂ ਦੇਖੋ ਸੰਸਦੀ ਸਕੱਤਰਾਂ ਦੇ ਮਾਮਲੇ ਦੇ ਵਿੱਚ ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜੇ ਗਵਰਨਮੈਂਟਾਂ ਨੇ ਕਈ ਸਾਲ ਲੰਘਾ ਲਏ ਸੀ ਐਵੇਂ, ਪੰਜਾਬ, ਹਿਮਾਚਲ, ਹਰਿਆਣਾ ਸਾਰੇ ਹੀ, ਉਹ ਵੀ ਚੋਰ ਮੋਰੀ ਸੀ ਜਦੋਂ ਇਹ ਕਰਤਾ ਸੀ ਕਿ 15% ਤੋਂ ਜ਼ਿਆਦਾ ਮਿਨਿਸਟਰ ਨਹੀਂ ਹੋ ਸਕਦੇ ਚੀਫ ਮਿਨਿਸਟਰ ਦੇ। ਪਰ ਬਾਅਦ ਦੇ ਵਿੱਚ ਕੱਲੇ ਧੜਾ ਉਡਾਤੇ ਸਾਰੀਆਂ ਹਾਈ ਕੋਰਟਾਂ ਨੇ ਉਹ ਚੱਕ ਕੇ ਵੀ ਤੁਸੀਂ ਆਹ ਜਿਹੜਾ ਕਰ ਰਹੇ ਹੋ ਪਖੰਡ, ਇਹ ਚੋਰ ਮੋਰੀ ਹੈ, ਇਨਡਾਇਰੈਕਟਲੀ ਸਰਕਾਰੀ ਖਜ਼ਾਨਾ ਲਟਾਉਣ ਦਾ ਤਰੀਕਾ ਇਹ ਨਹੀਂ ਹੋਏਗਾ। ਬੰਦ ਹੋ ਗਿਆ ਕੰਮ। ਪਹਿਲੇ 5 ਸਾਲ ਤੱਕ ਉਹਨਾਂ ਨੇ ਲਾ ਲਿਆ ਸੀ ਇਹ, ਅਗਲੇ 5 ਸਾਲ ਵੀ ਫਿਰ ਨੋਮੀਨੇਟ ਕਰ ਲਏ ਸੀ ਬੰਦੇ ਸਾਰੇ ਐਡਜਸਟ ਕਰਨ ਦੇ ਲਈ। ਇਸ ਕਰਕੇ ਇਹ ਗੱਲਾਂ, ਜਿਹੜਾ ਲਾਭ ਦੇ ਉਹਦੇ ਵਾਲਾ ਕਾਨੂੰਨ ਤਾਂ ਇਹਨਾਂ ਨੇ ਬਣਾ ਲਿਆ ਸੀ ਉਦੋਂ ਵੀ, ਪੰਜਾਬ ਵਾਲਿਆਂ ਨੇ ਵੀ ਉਹ ਨਹੀਂ ਆਉਂਦੇ, ਸੰਸਦੀ ਸਕੱਤਰ ਉਹਦੇ ਚ ਨਹੀਂ ਆਉਂਦੇ, ਹਿਮਾਚਲ ਵਾਲਿਆਂ ਨੇ ਵੀ ਬਣਾ ਲਿਆ ਸੀ, ਸਾਰਿਆਂ ਨੇ ਬਣਾ ਲਿਆ ਸੀ, ਪਰ ਉਹ ਵੀ ਅਦਾਲਤਾਂ ਦੇ ਫੈਸਲੇ ਨੇ, ਜੱਜਮੈਂਟਾਂ ਦੇ। ਸ਼ਾਇਦ ਇਹਨਾਂ ਨੇ ਜਿਹੜੇ ਨੇ ਜਗਮੋਹਨ ਸਿੰਘ ਭੱਟੀ, ਇਹ ਉਸ ਮਾਮਲੇ ਦੇ ਵਿੱਚ ਵੀ ਵਕੀਲ ਸੀਗੇ ਜਿਹੜੇ ਸੰਸਦੀ ਸਕੱਤਰਾਂ ਦੇ ਸੀ, ਇਹਨਾਂ ਨੂੰ ਉਦੋਂ ਵੀ ਪਤਾ ਸੀ ਵੀ ਲਾ ਜਾਂ ਸੰਵਿਧਾਨ ਇਸ ਲੈਵਲ ਤੇ ਚੱਲਦਾ ਇਹ ਹੈ। ਔਰ ਹੁਣ ਇੱਕ ਲੈਵਲ ਦਾ ਇਹ ਲੱਗਦਾ ਜੇ ਪੰਜਾਬ ਗਵਰਨਮੈਂਟ ਤੇ ਜਿਹੋ ਜਿਹੀਆਂ ਉਹ ਟਿੱਪਣੀਆਂ ਨੇ ਉਸ ਤਰੀਕੇ ਨਾਲ ਵਿਚਾਰਿਆ ਜਾਏਗਾ ਤਾਂ ਨੋਟੀਫਿਕੇਸ਼ਨ ਕਰਨਾ ਬੜਾ ਮੁਸ਼ਕਲ ਕੰਮ ਹੋਏਗਾ ਪੰਜਾਬ ਸਰਕਾਰ ਲਈ। ਜੇ ਉਹ ਫਿਰ ਵੀ ਕਰੇਗੀ ਤਾਂ ਦੁਬਾਰਾ ਕੋਰਟ ਦਾ ਸਾਹਮਣਾ ਕਰਨਾ ਵੀ ਮਤਲਬ ਅਵਸ਼ ਪਏਗਾ, ਜਿਹੋ ਜਿਹਾ ਮਾਮਲਾ ਲੱਗ ਰਿਹਾ ਕਿ ਜਿਸ ਤਰੀਕੇ ਦੇ ਨਾਲ ਉਹ ਲੈ ਕੇ ਜਾਣਗੇ ਮੁੜ ਕੇ ਜੇਕਰ ਇਹ ਦੁਬਾਰਾ ਹੋਇਆ। ਮੈਨੂੰ ਲੱਗਦਾ ਹੈ ਕਿ ਇਹ ਭਗਵੰਤ ਸਿੰਘ ਮਾਨ ਲਈ ਬੜੀ ਵੱਡੀ ਰਾਹਤ ਦੀ ਖਬਰ ਆ। ਦੂਜਾ ਸਵਾਲ
ਭਾਸਕਰ ਸਾਹਿਬ ਤੁਸੀਂ ਕੁਝ ਕਹਿਣਾ ਤਾਂ ਹੈ ਹੀ ਆ, ਪਰ ਮੈਨੂੰ ਲੱਗਦਾ ਜਿਹੜੀ ਰਿਹਰਸਲ ਅੱਜ ਰਾਘਵ ਚੱਡਾ ਰਾਜ ਸਭਾ 'ਚ ਕਰ ਰਹੇ ਸੀਗੇ ਪਾਣੀਆਂ ਦੇ ਮੁੱਦੇ ਤੇ, ਪੰਜਾਬ ਨੂੰ 5 ਦਰਿਆਵਾਂ ਨਾਲ ਤੁਲਨਾ ਦੇ ਕੇ, ਉਹ ਬਹੁਤ ਸੋਹਣਾ ਤਿਆਰ ਕਰਕੇ ਗਏ ਸੀਗੇ। ਉਹਨਾਂ ਨੇ ਰਾਜ ਸਭਾ 'ਚ ਪੰਜਾਬ ਦੇ ਨੁਮਾਇੰਦੇ ਹੋਣ ਦਾ ਹੱਕ ਅਦਾ ਕੀਤਾ, ਔਰ ਜਿਸ ਤਰੀਕੇ ਨਾਲ ਮੀਡੀਆ ਨੇ ਉਹਨੂੰ ਪ੍ਰਚਾਰਿਆ ਜਾਂ ਇਹਨਾਂ ਦੀ ਜਿਹੜੀ ਇੱਥੋਂ ਲੋਕਲ ਟੀਮ ਸੀ ਉਹਨੇ ਉਸ ਚੀਜ਼ ਨੂੰ ਬਹੁਤ ਉਭਾਰਿਆ, ਔਰ ਉਸੇ ਸਮੇਂ ਉਹਨਾਂ ਨੂੰ ਅਦਾਲਤ ਵਿੱਚੋਂ ਇਹ ਸੰਕਟ ਦਾ ਸਾਹਮਣਾ ਕਰਨਾ ਪਿਆ। ਮੈਨੂੰ ਲੱਗਦਾ ਇਹ ਗੱਲ ਤੁਰਨ ਤੋਂ ਪਹਿਲਾਂ ਰੁਕੀ ਲੱਗਦੀ ਹੈ। ਇਹ ਤੇ ਆਖਰੀ ਟਿੱਪਣੀ ਤੁਹਾਡੀ, ਫਿਰ ਚੱਲਿਓ ਚੀਫ ਸੈਕਟਰੀ ਸਾਹਿਬ ਦੀ ਪਟੀਸ਼ਨ ਦਾ ਕੀ ਬਣਿਆ, ਉਹਨਾਂ ਦੇ ਖਿਲਾਫ ਜਿਹੜੀ ਲੱਗੀ ਸੀਗੀ ਪਟੀਸ਼ਨ। ਜੀ ਦੇਖੋ, ਰਾਘਵ ਚੱਡਾ ਉਹਨਾਂ ਰਾਜ ਸਭਾ ਦੇ ਵਿੱਚ ਹਜੇ ਤੱਕ 2 ਵਾਰ ਬੋਲੇ ਨੇ। ਪਹਿਲੀ ਵਾਰ ਉਹ ਐਮਐਸਪੀ ਦੇ ਮੁੱਦੇ ਤੇ ਬਣੀ ਹੋਈ ਕਮੇਟੀ ਦੇ ਵਿੱਚ ਪੰਜਾਬ ਦਾ ਕੋਈ ਕੰਟਰੀਬਿਊਸ਼ਨ ਜਾਂ ਪੰਜਾਬ ਦੇ ਕਿਸੇ ਵੀ ਬੰਦੇ ਨੂੰ, ਲੀਡਰ ਨੂੰ, ਮੰਤਰੀ ਨੂੰ, ਕਿਸਾਨ ਨੇਤਾ ਨੂੰ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਦਿੱਤਾ। ਇਸ ਗੱਲ ਦੀ ਉਹਨਾਂ ਨੇ ਗੱਲ ਉਠਾਈ ਸੀ। ਅੱਜ ਉਹ ਪਾਣੀਆਂ ਦੇ ਮੁੱਦੇ ਤੇ ਬੋਲੇ, ਗੱਲਾਂ ਤੇ ਉਹੀ ਕੀਤੀ ਜਿਹੜੀ ਪੰਜਾਬ ਦੇ ਵਿੱਚ ਤਕਰੀਬਨ ਹਰ ਨੇਤਾ ਕਰ ਰਿਹਾ, ਲੇਕਿਨ ਪੰਜਾਬ ਦੇ ਮੁੱਦੇ ਦੇ ਉੱਤੇ ਰਾਜ ਸਭਾ ਦੇ ਵਿੱਚ ਬੋਲਦੇ ਨਜ਼ਰ ਆਏ। ਔਰ ਨਾਲ ਦੇ ਨਾਲ ਹਾਈ ਕੋਰਟ ਦੀ ਕੀਤੀ ਹੋਈ ਉਸ ਟਿੱਪਣੀ ਨੂੰ ਦੇਖੋ। ਹਾਲਾਂਕਿ ਇਹ ਨਹੀਂ ਹੈਗਾ ਕਿ ਇਸ ਟਿੱਪਣੀ ਤੋਂ ਨੋਟੀਫਿਕੇਸ਼ਨ ਹੋਏਗੀ ਜਾਂ ਨਹੀਂ ਹੋਏਗੀ, ਇਹ ਵੱਡਾ ਸਵਾਲ ਹੈ। ਅੱਜ ਵੀ ਰਾਘਵ ਚੱਡਾ ਪੰਜਾਬ ਦੇ ਵਿੱਚ ਪਾਵਰਫੁਲ ਨੇ, ਇਹ ਸਾਰਿਆਂ ਨੂੰ ਪਤਾ ਹੈ। 50 ਨੰਬਰ ਦੀ ਕੋਠੀ ਦੇ ਵਿੱਚ ਵੱਡੇ ਵੱਡੇ ਅਫਸਰਾਂ ਨੂੰ ਸੱਦਿਆ ਜਾਂਦਾ ਹੈ, ਔਰ ਉਸ ਕੋਠੀ ਦੇ ਬਾਹਰ ਗੱਡੀਆਂ ਦੀ ਲਾਈਨਾਂ ਲੱਗੀਆਂ ਹੁੰਦੀਆਂ, ਇਹ ਸਭ ਨੂੰ ਪਤਾ ਹੈ। ਹੁਣ ਇਸ ਨੋਟੀਫਿਕੇਸ਼ਨ ਦੇ ਵਿੱਚ ਇੱਕੋ ਗੱਲ ਆੜੇ ਆਉਂਦੀ ਹੈ ਕਿ ਅਗਰ ਉਹਨਾਂ ਨੂੰ ਕੈਬਨਿਟ ਦਾ ਸਟੇਟਸ ਦਿੱਤਾ ਜਾਂਦਾ ਹੈ ਤੇ ਉਹ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਹੋਏਗੀ, ਔਰ ਅਗਰ ਨਹੀਂ ਦਿੱਤਾ ਜਾਂਦਾ ਤੇ ਉਹ ਕਿਸੇ ਵੀ ਕੈਪੈਸਿਟੀ ਦੇ ਵਿੱਚ ਬਤੌਰ ਸਲਾਹਕਾਰ ਜਾਂ ਸਲਾਹਕਾਰ ਕਮੇਟੀ ਦੇ ਚੇਅਰਮੈਨ ਸਰਕਾਰੀ ਫਾਈਲਾਂ ਨੂੰ ਨਹੀਂ ਦੇਖ ਸਕਦੇ, ਕਿਉਂਕਿ ਸਹੁੰ ਜਿਹੜੀ ਚੱਕੀ ਹੋਈ ਹੈ ਮੰਤਰੀਆਂ ਨੇ, ਮੁੱਖ ਮੰਤਰੀਆਂ ਨੇ, ਉਹ ਕਿਸੇ ਦੇ ਵੀ ਧਿਆਨ ਦੇ ਵਿੱਚ ਉਹ ਚੀਜ਼ ਨਾ ਲੈ ਕੇ ਆਉਣ ਦੀ ਚੱਕੀ ਹੋਈ ਹੈ। ਇਸ ਕਰਕੇ ਅੱਗੇ ਚੱਲ ਕੇ ਇਹ ਕ੍ਰਾਈਸਿਸ ਹੋਰ ਡੂੰਘਾ ਹੋਣਾ ਹੈ। ਬਾਕੀ ਰਹੀ ਗੱਲ ਵੀਕੇ ਜੰਜਵਾ ਉਹਨਾਂ ਦੀ, ਉਸ ਪਟੀਸ਼ਨ ਜਿਹੜੀ ਉਹਨਾਂ ਦੇ ਖਿਲਾਫ 3 ਪਟੀਸ਼ਨ ਲੱਗੀ ਸੀ, ਅੱਜ ਕਲੱਬ ਕਰ ਲਿੱਤੀ ਗਈ ਸੀ ਹਾਈ ਕੋਰਟ ਦੇ ਵਿੱਚ, ਔਰ ਉਹਦੇ ਵਿੱਚ ਐਡਵੋਕੇਟ ਜਨਰਲ ਜਿਹੜੇ ਨਵੇਂ ਲੱਗੇ ਨੇ ਵਿਨੋਦ ਕਈ, ਉਹ ਆਪ ਪੇਸ਼ ਹੋਏ ਸੀ। ਹਾਲਾਂਕਿ ਬਹੁਤੀ ਉਹਦੇ ਵਿੱਚ ਹੀਅਰਿੰਗ ਲੰਬੀ ਤੇ ਨਹੀਂ ਚੱਲੀ, ਪਰ ਵੀਕੇ ਜਿਹੜੇ ਵਿਨੋਦ ਕਈ ਸੀਗੇ ਉਹਨਾਂ ਦਾ ਬਿਆਨ ਸੀਗਾ ਕਿ ਇਹ ਕਿਸੇ ਵੀ ਤਰੀਕੇ ਨਾਲ, ਹਾਲਾਂਕਿ ਜਿਹੜੀ ਉਹਨਾਂ ਨੂੰ ਜੰਜਵਾ ਸਾਹਿਬ ਨੂੰ ਉਹ ਪ੍ਰਮੋਸ਼ਨ ਨਹੀਂ ਦਿੱਤੀ ਗਈ, ਬਲਕਿ ਉਹਨਾਂ ਦੀ ਬਤੌਰ ਟ੍ਰਾਂਸਫਰ ਕੀਤੀ ਗਈ ਹੈ ਚੀਫ ਸੈਕਟਰੀ। ਯਾਨੀ ਚੀਫ ਸੈਕਟਰੀ ਨੂੰ ਉਹਨਾਂ ਨੇ, ਕਿਉਂਕਿ ਜਦ ਕੋਈ ਐਸਐਸਪੀ ਲੱਗਦਾ ਹੈ ਤੇ ਉਹਦੇ ਵਿੱਚ ਵੀ ਉਹ ਐਸਐਸਪੀ ਦੀ ਪੋਸਟ ਇੱਕ ਅਪਾਇੰਟਮੈਂਟ ਹੁੰਦੀ ਹੈ, ਲੇਕਿਨ ਐਸਪੀ ਰੈਂਕ ਦੇ ਅਧਿਕਾਰੀ ਦੀ ਕੋਈ ਪ੍ਰਮੋਸ਼ਨ ਨਹੀਂ ਮਿਲਦੀ। ਹਾਲਾਂਕਿ ਇੱਕ ਸਟਾਰ ਜਿਹਾ ਹੋਰ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਇਹੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਵਿਨੋਦ ਕਈ ਉਹਨਾਂ ਨੇ ਅਦਾਲਤ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਜਿਹੜੇ ਵੀਕੇ ਜੰਜਵਾ ਹੈਗੇ ਨੇ ਉਹਨਾਂ ਦੀ ਸਿਰਫ ਟ੍ਰਾਂਸਫਰ ਹੋਈ ਹੈ, ਪ੍ਰਮੋਸ਼ਨ ਨਹੀਂ ਹੋਈ। ਅਗਲੇ 2 ਹਫ਼ਤੇ ਬਾਅਦ ਦੀ ਇੱਕ ਡੇਟ ਰੱਖ ਲਈ ਗਈ ਹੈ, ਉਸ ਡੇਟ ਦੇ ਵਿੱਚ ਨਿੱਠ ਕੇ ਬਹਿਸ ਹੋਏਗੀ। ਤਿੰਨੋਂ ਪਟੀਸ਼ਨ ਕਲੱਬ ਕਰ ਲਈ ਗਈ ਹੈ, ਮੈਂ ਪਹਿਲੇ ਹੀ ਦੱਸ ਚੁੱਕਿਆ। ਉਹਦੇ ਵਿੱਚ ਵੀਕੇ ਜੰਜਵਾ ਉਹਨਾਂ ਜਿਹੜੇ ਉਹ ਕਲੇਮ ਕਰ ਰਹੇ ਸੀਗੇ ਕਿ ਉਹਨਾਂ ਦਾ ਐਕਵਿਟਲ ਹੋ ਚੁੱਕਿਆ ਉਸ ਕੇਸ ਦੇ ਵਿੱਚ, ਯਾਨੀ ਸਭ ਕੁਝ ਖਤਮ ਹੋ ਚੁੱਕਿਆ ਜਾਂ ਉਹ ਬਰੀ ਹੋ ਚੁੱਕੇ। ਉਹ ਗੱਲ ਹਜੇ ਤੱਕ ਸਹੀ ਨਹੀਂ ਹੈ, ਤਾਂ ਹੀ ਕਰਕੇ ਵੀਕੇ ਕਈ ਉਹਨਾਂ ਨੂੰ ਇਹ ਬਿਆਨ, ਵਿਨੋਦ ਕਈ ਉਹਨਾਂ ਨੂੰ ਇਹ ਬਿਆਨ ਦੇਣਾ ਪਿਆ ਕਿ ਉਹਨਾਂ ਦੀ ਸਿਰਫ ਟ੍ਰਾਂਸਫਰ ਹੋਈ ਹੈ, ਪ੍ਰਮੋਸ਼ਨ ਨਹੀਂ। ਬਿਲਕੁਲ। ਔਰ ਵੈਸੇ ਸਰਦਾਰ ਹਮੀਰ ਸਿੰਘ ਜੀ, ਹੁੰਦੀ ਤਾਂ ਪ੍ਰਮੋਸ਼ਨ ਹੀ ਹੈ ਜਦੋਂ ਤੁਸੀਂ ਇੱਕ ਪ੍ਰਿੰਸੀਪਲ ਸਕੱਤਰ ਜਾਂ ਸਕੱਤਰ ਪੱਧਰ ਦੇ ਅਹੁਦੇ ਤੋਂ ਚੀਫ ਸੈਕਟਰੀ ਲੱਗਦੇ ਹੋ, ਭਾਵੇਂ ਤੁਹਾਡਾ ਜਿਹੜਾ ਗ੍ਰੇਡ ਹੁੰਦਾ ਉਹ ਚੀਫ ਸੈਕਟਰੀ ਵਾਲਾ ਹੁੰਦਾ, ਲੇਕਿਨ ਚੀਫ ਸੈਕਟਰੀ ਦਾ ਰੁਤਬਾ ਸੁਪਰੀਮ ਹੈ। ਇਹ ਵੀ ਇਹਦੇ ਤੇ ਅੱਗੇ ਜਾ ਕੇ ਬਹਿਸ ਹੋਊਗੀ। ਦੂਜੀ ਗੱਲ ਕਿ ਉਹਨਾਂ ਦਾ ਬਰੀ ਹੋਣ ਦਾ ਮਾਮਲਾ ਹੈ, ਉਹਦੇ ਉੱਤੇ ਜਿਹੜਾ ਵਿਰੋਧੀ ਵਕੀਲ ਨੇ ਜਿਨ੍ਹਾਂ ਨੇ ਪਟੀਸ਼ਨ ਦਾਇਰ ਕੀਤੀ ਆ, ਉਹ ਕਹਿ ਰਹੇ ਆ ਕਿ ਨਹੀਂ ਹੋਏ, ਫਾਰ ਦਾ ਟਾਈਮ ਬੀਇੰਗ ਉਹਨਾਂ ਨੂੰ ਰਾਹਤ ਮਿਲੀ ਸੀਗੀ, ਔਰ ਉਹ ਸਾਰੇ ਕੇਸਿਸ ਦੇ ਵਿੱਚ ਅਜੇ ਉਹਨਾਂ ਨੂੰ ਦੁਬਾਰਾ, ਕਿਉਂਕਿ ਕੇਂਦਰ ਤੋਂ ਜਵਾਬ ਵੀ ਮੰਗਿਆ ਗਿਆ, ਮੈਂ ਇਹਦੀ ਪੁਸ਼ਟੀ ਤਾਂ ਨਹੀਂ ਕਰ ਰਿਹਾ, ਲੇਕਿਨ ਮਨਪ੍ਰੀਤ ਜ਼ਿਕਰ ਕਰ ਰਹੇ ਸੀਗੇ, ਉਹਨਾਂ ਨੇ ਸੰਬੰਧਿਤ ਵਕੀਲ ਨਾਲ ਵੀ ਗੱਲ ਕੀਤੀ ਹੈ ਕਿ ਅੱਜ ਉਹ ਥੋੜਾ ਜਿਹਾ ਦੂਰ ਸੀਗੇ ਸਾਡੇ ਤੋਂ, ਉਹਨਾਂ ਨੇ ਗੱਲ ਕੀਤੀ ਆ, ਔਰ ਕੇਂਦਰ ਦੇ ਵਕੀਲ ਨੂੰ ਨੋਟਿਸ ਹੋਇਆ ਕਿ ਤੁਸੀਂ ਜਿਹੜੀ ਇਹਨਾਂ ਖਿਲਾਫ ਕੇਸ ਚਲਾਉਣ ਦੀ ਪ੍ਰਵਾਨਗੀ ਆ ਉਹ ਦੇ ਰਹੇ ਹੋ ਜਾਂ ਨਹੀਂ ਦੇ ਰਹੇ ਹੋ। ਇਹ ਵੀ ਅਗਲੇ ਦਿਨਾਂ ਦੇ ਵਿੱਚ ਜਦੋਂ ਅਗਲੀ ਤਰੀਕ ਹੋਏਗੀ, ਅਗਲੀ ਹੀਅਰਿੰਗ ਹੋਏਗੀ, ਉਦੋਂ ਕੇਂਦਰ ਆਪਣਾ ਜਵਾਬ ਦਾਇਰ ਕਰੇਗਾ। ਪਰ ਇਸੇ ਤਰੀਕੇ ਨਾਲ ਸਵਾਲ ਜਵਾਬ ਅੱਗੇ ਵਧਣਗੇ। ਵੀਕੇ ਜੰਜਵਾ ਸਾਹਿਬ ਦੀ ਨਿਯੁਕਤੀ ਜਿਹੜੀ, ਇਹਦੇ ਉੱਤੇ ਤੁਹਾਡੀ ਟਿੱਪਣੀ ਜ਼ਰੂਰ ਦੇ ਦਿਓ ਜੀ। ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਕਿ ਜੇ ਨੋਟਿਸ ਵੀ ਹੋ ਗਿਆ ਹੈ ਗਵਰਨਮੈਂਟਾਂ ਨੂੰ, ਤਾਂ ਇੱਕ ਤਲਵਾਰ ਤਾਂ ਲਟਕ ਹੀ ਗਈ ਕਿ ਹੁਣ ਪੇਜ ਖੁੱਲਣਗੇ, ਹੁਣ ਇਹ ਬੰਦ ਨਹੀਂ ਰਹਿ ਸਕਦੇ। ਮਤਲਬ ਇੱਕ ਦੂਜੇ ਨੇ ਜੋ ਕਹਿ ਲਿਆ ਸੀ, ਗੱਲ ਉੱਥੇ ਰੁਕਣ ਵਾਲੀ ਨਹੀਂ ਹੈ।
ਅੱਗੇ ਜਵਾਬ ਆਉਣਗੇ, ਜਵਾਬ ਤੇ ਫਿਰ ਆਰਗੂਮੈਂਟ ਹੋਣਗੇ, ਵਿਰੋਧੀ ਧਿਰ ਆਪਣੀ ਗੱਲ ਕਰੂਗੀ, ਇਹ ਆਪਣੀ ਗੱਲ ਕਰਨਗੇ, ਤਾਂ ਜਿਹੜਾ ਉਹ ਕੇਸ ਹੈ ਇੱਕ ਟਾਈਪ ਦਾ ਦੁਬਾਰਾ ਲੋਕਾਂ ਦੇ ਡੋਮੇਨ ਚ ਆਏਗਾ, ਪਬਲਿਕ ਡੋਮੇਨ ਚ ਉਹਦੀ, ਕਿਉਂਕਿ ਕਿੰਨਾ ਪੁਰਾਣਾ ਕੇਸ ਹੈ, 2009 ਤੋਂ ਲੈ ਕੇ ਅੱਜ ਤੱਕ ਕਈ ਯਾਦਾਂ ਭੁੱਲ ਗਈ ਵੀ ਗਈਆਂ ਹੋਣਗੀਆਂ, ਉਹਦਾ ਕਾਰਨ ਕੀ ਸੀ, ਕਿਹਦੇ ਕੋਲ ਕੀ ਗਿਆ ਸੀ, ਕਿੱਥੇ ਤੱਕ ਪਰਮਿਸ਼ਨ ਮਿਲੀ ਸੀ, ਜਾਂ ਬਰੀ ਹੋ ਗਏ ਸੀ, ਜਾਂ ਹੋਇਆ ਕੀ ਸੀ, ਕਿਹੜੀ ਸਾਈਡ ਮਿਸਿੰਗ ਹੈ, ਕਿ ਜੇ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਪਰਮਿਸ਼ਨ ਨਹੀਂ ਮਿਲੀ ਤਾਂ ਉਹ ਨਵਾਂ ਕੇਸ ਵੀ ਉਸੇ ਲੈਵਲ ਤੇ, ਜਿਵੇਂ ਇੱਕ ਕੰਟੈਂਪਟ ਆਫ ਕੋਰਟ ਦਾ ਇੱਥੇ ਪਾਇਆ ਹੋਇਆ ਹੋਰ ਕੇਸਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਕਿ ਪੰਜਾਬ ਗਵਰਨਮੈਂਟ ਪਰਮਿਸ਼ਨ ਨਹੀਂ ਦੇ ਰਹੀ, ਤਾਂ ਗਵਰਨਮੈਂਟ ਆਫ ਇੰਡੀਆ ਵੀ ਪਰਮਿਸ਼ਨ ਨਹੀਂ ਦੇ ਰਹੀ, ਤਾਂ ਇਹ ਗੱਲ ਵੀ ਅੱਗੇ ਵੱਧ ਸਕਦੀ ਹੈ ਜੇਕਰ ਇਹੀ ਫੈਕਟ ਹੋਇਆ ਕਿ ਵਾਕਈ ਉਸ ਵਜ੍ਹਾ ਦੇ ਕਰਕੇ ਇਹ ਕੇਸ ਉੱਥੇ ਠੱਪ ਹੋਇਆ, ਮਤਲਬ ਉਹਦੇ ਚ ਇਕੁਇਟਲ ਨਹੀਂ ਹੋਇਆ, ਉਹਦੇ ਚ ਮਾਫੀ ਜਾਂ ਉਸ ਲੈਵਲ ਦੀ ਕੋਈ ਜੱਜਮੈਂਟ ਨਹੀਂ ਆਈ, ਤੇ ਜੇ ਉਹ ਨਾ ਹੋਈ ਕਿ ਦੂਸਰੀ ਹੋਈ ਹੈ ਮਤਲਬ ਜੱਜਮੈਂਟ ਇਸ ਲੈਵਲ ਦੀ ਕੋਈ ਪੇਸ਼ ਕਰ ਦਿੰਦੇ ਨੇ ਡਾਕੂਮੈਂਟੇਸ਼ਨ, ਜਿਹੜਾ ਕਿ ਪਬਲਿਕ ਡੋਮੇਨ ਚ ਅਜੇ ਤੱਕ ਨਹੀਂ ਆਇਆ ਕਿ ਕੋਈ ਇਹੋ ਜੀ ਗੱਲ ਹੋ ਗਈ ਹੈ ਕਿ ਕੇਂਦਰ ਵੱਲੋਂ ਹਾਂ ਜਾਂ ਨਾ ਦਾ ਕੋਈ ਜਵਾਬ ਨਹੀਂ ਸੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਇਹ ਕੇਸ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰਤਾ ਸੀਗਾ। ਬਹਾਨਾ ਭਾਵੇਂ ਕੇਂਦਰ ਤੋਂ ਪ੍ਰਵਾਨਗੀ ਦਾ ਹੋਵੇ ਜਾਂ ਆਪਣੇ ਤੌਰ ਤੇ ਉਹਨਾਂ ਨੇ ਇਹਨੂੰ ਰੋਕਣ ਦਾ ਫੈਸਲਾ ਲਿਆ, ਲੇਕਿਨ ਕੇਂਦਰ ਵੱਲੋਂ ਨਾ ਵੀ ਨਹੀਂ ਕੀਤੀ ਗਈ ਪ੍ਰਵਾਨਗੀ ਲਈ ਔਰ ਪ੍ਰਵਾਨਗੀ ਦਿੱਤੀ ਵੀ ਨਹੀਂ ਗਈ, ਸ਼ਾਇਦ ਇਹੀ ਜਵਾਬ ਮੰਗਿਆ ਹੋਊਗਾ। ਔਰ ਜੇ ਹਾਂ ਜਾਂ ਨਾ ਹੁੰਦੀ, ਮਤਲਬ ਜਿਹੜਾ ਜੇ ਨਹੀਂ ਦਿੱਤੀ ਤਾਂ ਨਾ ਹੀ ਮੰਨੀ ਜਾਂਦੀ ਹੈ, ਇੰਨਾ ਚਿਰ ਰਮਕਾ ਦੋ, ਮਤਲਬ ਦੇਖਦਾ ਉਹ ਕਾਮਨ ਸੈਂਸ ਚ ਆਪਾਂ ਦੇਖਦੇ ਆ ਕਿ ਤੁਹਾਡੇ ਕੋਲ ਹੱਕ ਹੋਵੇ ਕਿ ਇਸ ਤੇ ਮੈਂ ਮਤਲਬ ਪਰਮਿਸ਼ਨ ਦੇਣੀ ਹੈ, ਸੈਂਕਸ਼ਨ ਦੇਣੀ ਹੈ, ਮੈਂ ਨਹੀਂ ਦੇ ਰਿਹਾ, ਨਾ ਲਿਖ ਕੇ ਨਾ ਕਹਿ ਰਿਹਾ ਨਾ ਹਾਂ ਕਹਿ ਰਿਹਾ, ਇਟ ਮੀਨ ਜੇ ਕਿ ਰਿਟਾਇਰ ਹੋਣ ਦਿਓ, ਜਦ ਤੱਕ ਜਾਂਦਾ ਕੰਮ ਲੰਘ ਜਾਊਗਾ, ਮੁੜ ਕੇ ਫਿਰ ਪੁੱਛਣਾ ਨਹੀਂ ਕਿਸੇ ਨੇ। ਕੋਰਟ ਦੇ ਵਿੱਚ ਤਾਂ ਜਿਹੜਾ ਆਪੋਜੀਸ਼ਨ ਦਾ ਵਕੀਲ ਹੈ ਉਹ ਤਾਂ ਇਸੇ ਲਈ ਤਾਂ ਇਹ ਮੁੱਦਾ ਜ਼ਿਆਦਾ ਖੁੱਲੂਗਾ ਨਾ, ਫਿਰ ਕੀ ਹੈ। ਔਰ ਪੰਜਾਬ ਸਰਕਾਰ ਤੇ ਵੀ ਓਨਸ ਆਏਗਾ ਕਿ ਉਹ ਕਿਹੜੇ ਹਾਲਾਤ ਸੀ, ਕਿਹੜੇ ਕਾਰਨਾਂ ਕਰਕੇ ਪੰਜਾਬ ਸਰਕਾਰ ਨੇ ਅੱਗੇ ਨਹੀਂ ਵਧਾਈ ਉਹ ਗੱਲ, ਕੀ ਗਵਰਨਮੈਂਟ ਦਾ ਪੋਲੀਟੀਕਲ ਗਵਰਨਮੈਂਟ ਦਾ ਬਦਲ ਜਾਣਾ ਹੀ ਇਹ ਚੀਜ਼ਾਂ ਬਦਲਾ ਦਿੰਦਾ ਲਾ ਦੇ ਪੁਆਇੰਟ ਨੂੰ ਵੀ, ਜਾਂ ਕੋਈ ਹੋਰ ਰੀਜਨ ਕਿਹੜੇ ਹੋ ਸਕਦੇ ਨੇ। ਉਹਦੇ ਨਾਲ ਇੱਕੋ ਹੀ ਗੱਲ ਹੋ ਗਈ ਹੈ ਕਿ ਜਦੋਂ ਨੋਟਿਸ ਹੋ ਗਿਆ, ਇਹਦਾ ਮਤਲਬ ਇਹ ਹੋ ਗਿਆ ਕਿ ਚੀਫ ਸੈਕਟਰੀ ਸਾਹਿਬ ਦੇ ਲਈ ਇੱਕ ਸਿਰਦਰਦੀ ਡੇਲੀ ਦੀ ਤਾਂ ਜ਼ਰੂਰ ਖੜੀ ਹੋਗੀ ਤੇ ਪੰਜਾਬ ਸਰਕਾਰ ਦੇ ਲਈ ਵੀ। ਔਰ ਜਿਹੜਾ ਇਹ ਲੌਜਿਕ ਹੈ, ਜਿਹੜੀ ਇਹ ਦਲੀਲ ਹੈ ਕਿ ਚੀਫ ਸੈਕਟਰੀ ਪ੍ਰਮੋਟ ਨਹੀਂ ਹੁੰਦਾ, ਪਤਾ ਨਹੀਂ, ਮੈਂ ਤਾਂ ਪਹਿਲੀ ਵਾਰ, ਕਿਉਂਕਿ ਨਾਰਮਲੀ ਐਡੀਸ਼ਨਲ ਚੀਫ ਸੈਕਟਰੀ ਨੇ ਚੀਫ ਸੈਕਟਰੀ ਦੇ ਬਰਾਬਰ ਦਾ ਰੁਤਬਾ ਨਹੀਂ, ਡੀਜੀਪੀ ਦੇ ਬਰਾਬਰ ਦੇ ਰੁਤਬੇ ਕਈ ਸੁਣੇ ਨੇ ਕਿ ਉਹਨੂੰ ਡੀਜੀ ਫਲਾਨਾ ਲਾਇਆ ਗਿਆ, ਮੇਨ ਡੀਜੀਪੀ ਨਹੀਂ, ਰੌਲਾ ਪੈ ਜਾਂਦਾ ਕਿ ਫਲਾਨਾ ਡੀਜੀਪੀ ਹੈ, ਪਰ ਚੀਫ ਸੈਕਟਰੀ ਬਰਾਬਰ ਦੇ 4 ਚੀਫ ਸੈਕਟਰੀ ਹੋਣਗੇ ਤੇ ਉਹਨਾਂ ਚੋਂ ਵਨ ਆਫ ਦੈਮ ਹੋਏਗਾ, ਦੂਜੇ ਨੂੰ ਗ੍ਰੇਡ ਚਾਹੇ ਉਹੀ ਦਿੱਤਾ ਜਾਏ, ਪਰ ਉਹ ਐਡੀਸ਼ਨਲ ਚੀਫ ਸੈਕਟਰੀ ਮੰਨੇ ਜਾਂਦੇ ਨੇ ਉਦੋਂ ਤੱਕ। ਔਰ ਟੋਟਲ ਪ੍ਰਸ਼ਾਸਨ ਦਾ ਹੈਡ ਆਫ ਦੀ ਪ੍ਰਸ਼ਾਸਨ ਹੁੰਦਾ ਹੈ ਜਿਹੜਾ ਚੀਫ ਸੈਕਟਰੀ। ਔਰ ਉਹ ਗੱਲ ਵੀ ਲੋਕਾਂ ਨੂੰ ਜਾਂ ਬਾਕੀ ਜੇ ਕਿਤੇ ਅਦਾਲਤਾਂ ਦੇ ਵਿੱਚ ਜਦੋਂ ਡਿਸਕਸ਼ਨ ਹੋਣਗੀਆਂ, ਸ਼ਾਇਦ ਇਹ ਜ਼ਿਆਦਾ ਕਲੈਰਿਟੀ ਵੀ ਹੋ ਜਾਏ ਵੀ ਹੈਡ ਦਾ ਕੋਈ ਪ੍ਰਮੋਸ਼ਨ ਹੁੰਦੀ ਹੈ ਕਿ ਵੈਸੇ ਜਿਹੜੀ ਚੱਲਦੀ ਹੈ, ਕਿਉਂਕਿ ਜਦੋਂ ਕੋਈ ਮਾਮਲਾ ਆਉਂਦਾ ਤਾਂ ਕਈ ਗੱਲਾਂ ਕਲੀਅਰ ਹੁੰਦੀਆਂ ਨੇ। ਬਿਲਕੁਲ ਠੀਕ ਕਹਿ ਰਹੇ ਹੋ। ਅੱਜ ਇਹ ਜੀ ਜਦੋਂ ਅਪੀਅਰ ਹੁੰਦੇ ਆ ਤਾਂ ਉਦੋਂ ਇਹ ਵੀ ਮੰਨ ਲਿਆ ਜਾਂਦਾ ਕਿ ਹੁਣ ਇਹਨੂੰ ਟੇਕ ਅਪ ਕਰ ਲਿਆ ਪੰਜਾਬ ਗਵਰਨਮੈਂਟ ਨੇ ਅਫੀਸ਼ੀਅਲੀ, ਅਦਰਵਾਈਜ਼ ਕਿਉਂਕਿ ਇਹ ਸਿੱਧਾ ਵੀਕੇ ਜੰਜੂਆ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ ਔਰ ਉਹਨਾਂ ਨੇ ਨਿੱਜੀ ਗੱਲਬਾਤ ਦੇ ਵਿੱਚ ਇਹ ਕਿਹਾ ਵੀ ਸੀਗਾ ਕਿ ਉਹ ਇੱਕ ਪ੍ਰਾਈਵੇਟ ਵਕੀਲ ਨਾਲ ਪੇਸ਼ ਹੋਣਗੇ। ਹੁਣ ਅਗਲੀ ਪੇਸ਼ੀ ਤੇ ਦੇਖਣਾ ਹੋਊਗਾ। ਤੁਹਾਡੀ ਗੱਲ ਠੀਕ ਹੈ, ਲਿਟੀਗੇਸ਼ਨ ਜਾਂ ਅਦਾਲਤੀ ਪ੍ਰਕਿਰਿਆਵਾਂ 'ਚ ਇੱਕ ਸਿਰਪੀਟ ਬਣਦੀ ਆ। ਆਖਰੀ ਸਵਾਲ ਆਪਾਂ, ਕਿਉਂਕਿ ਸਮਾਂ ਬਹੁਤ ਹੋ ਗਿਆ, ਇਹਨੂੰ ਕਾਹਲੀ ਚ ਲੈਂਦੇ ਆ। ਸਰਦਾਰ ਹਰਮੀਤ ਸਿੰਘ ਜੀ, ਤੁਸੀਂ ਇਹਨੂੰ ਸ਼ੁਰੂ ਕਰ ਦਿਓ ਕਿ ਜਿਹੜਾ, ਕਿਉਂਕਿ ਤੁਹਾਡੀ ਸਟੱਡੀ ਸੀਗੀ, ਅਕਾਲੀ ਦਲ ਫਤਿਹਗੜ੍ਹ ਸਾਹਿਬ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਿਹਾ ਸੁਖਬੀਰ ਬਾਦਲ ਦੀ ਹਮਾਇਤ ਵਿੱਚ, ਇਹਨੂੰ ਹੁਣ ਕਿੱਦਾਂ ਲਈਏ? ਕੀ ਧੜਿਆਂ 'ਚ ਵੰਡ ਹੋ ਕੇ ਥਾਂ ਤੇ ਪ੍ਰੈਸ ਕਾਨਫਰੰਸਾਂ ਹੋਣਗੀਆਂ, ਕੁਝ ਹੱਕ 'ਚ ਕੁਝ ਵਿਰੋਧ 'ਚ, ਇਸ ਤਰ੍ਹਾਂ ਦੇ ਕਿਵੇਂ ਮਰਲੇ ਦੇਖੋਗੇ? ਲੱਗਦਾ ਹੈ ਕਿ ਪ੍ਰਕਿਰਿਆ ਜੀ ਉਧਰ ਨੂੰ ਜਾ ਰਹੀ ਹੈ, ਸ਼ੁਰੂ ਹੋ ਗਈ ਹੈ, ਕਿਉਂਕਿ ਖਾਸ ਤੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਬੋਲਣ ਤੋਂ ਬਾਅਦ ਪਹਿਲਾਂ ਜਗਮੀਤ ਬਰਾੜ ਬੋਲ ਰਹੇ ਸੀ, ਉਹਨਾਂ ਨੇ ਚਿੱਠੀ ਵੀ ਦਿੱਤੀ ਤੇ ਆਪਦੇ ਆਪ ਪਬਲਿਕਲੀ ਵੀ ਬੋਲੇ। ਫਿਰ ਇਆਲੀ ਉਹਨਾਂ ਦੀ ਵੋਟ ਦਾ ਸਵਾਲ ਆਇਆ ਸੀਗਾ, ਉਹਦੇ ਤੋਂ ਲੈ ਕੇ ਇਆਲੀ ਨੇ ਬਾਅਦ ਦੇ ਵਿੱਚ ਵੀ ਆਪਣੀ ਗੱਲ ਦਾ ਮਤਲਬ ਉਹ ਤਸਦੀਕ ਕੀਤੀ ਕਿ ਮੈਂ ਉਸੇ ਤੇ ਕਾਇਮ ਆ, ਅਸੀਂ ਆਪਣੀ ਰਿਪੋਰਟ ਤੇ ਕਾਇਮ ਆ, ਅਸੀਂ ਆਪਣੀ ਗੱਲ ਤੇ ਕਾਇਮ ਆ। ਫਿਰ ਸਰਬਜੀਤ ਸਾਬੀ ਉਹਨਾਂ ਦਾ, ਫਿਰ ਅਲਵਿੰਦਰਪਾਲ ਪੱਖੋਕੇ ਦਾ, ਫਿਰ ਭਾਈ ਮਨਜੀਤ ਸਿੰਘ ਦਾ, ਫਿਰ ਜਿੰਨੇ ਵੀ ਲੋਕ ਹੋਰ ਕਹਿ ਰਹੇ ਨੇ, ਕਰਨੈਲ ਸਿੰਘ ਪੰਜੋਲੀ ਵੀ ਫਤਿਹਗੜ੍ਹ ਸਾਹਿਬ ਨਾਲ ਹੀ ਸੰਬੰਧਿਤ ਨੇ, ਸ਼੍ਰੋਮਣੀ ਕਮੇਟੀ ਦੇ ਜਨ ਸੈਕਟਰੀ ਵੀ ਨੇ, ਉਹਨਾਂ ਨੇ ਵੀ ਇਹ ਕਿਹਾ ਕਿ ਸਾਰਿਆਂ ਨੂੰ ਅਸਤੀਫੇ ਦੇਣੇ ਚਾਹੀਦੇ ਨੇ, ਜਾਂ ਇੱਕ ਕਿਉਂ। ਉਦੋਂ ਬਾਅਦ ਸੈਕੰਡ ਸਟੈਪ ਦੇ ਤੌਰ ਤੇ ਜਦੋਂ ਇਹ ਆਇਆ ਕਿ ਵਰਕਿੰਗ ਕਮੇਟੀ ਹੀ ਭੰਗ ਕਰ ਸਕਦੀ ਹੈ ਜੇਕਰ ਢਾਂਚਾ ਭੰਗ ਕਰਨਾ ਹੈ, ਪ੍ਰਧਾਨ ਨੂੰ ਇਕੱਲੇ ਨੂੰ ਹੱਕ ਨਹੀਂ ਹੈ, ਤਾਂ ਇਹ ਇੱਕ ਟੈਕਨੀਕਲ ਸਵਾਲ ਵੀ ਖੜਾ ਹੋ ਗਿਆ। ਉਸ ਤੋਂ ਬਾਅਦ ਹੀ ਫਿਰ ਜਿਹੜੀ ਫਤਿਹਗੜ੍ਹ ਸਾਹਿਬ ਦੀ ਖਬਰ ਲਵਾਈ ਹੈ, ਪਹਿਲਾਂ ਉਹ ਮੰਨਿਆ ਜਾਂਦਾ ਕਿ ਉਹ
ਸੁਖਬੀਰ ਦੇ ਕਿਸੇ ਨਾ ਕਿਸੇ ਰੂਪ ਚ ਪੁਰਾਣਾ ਟੌੜਾ ਸਾਡਾ ਗਰੁੱਪ ਜਾਂ ਚੰਦੂ ਮਾਜਰੇ ਦਾ ਗਰੁੱਪ ਜਾਂ ਸਾਰੇ ਲਗਭਗ ਜ਼ਿਆਦਾ ਉਹ ਬੰਦੇ ਸੀਗੇ ਜਿਹਨੇ ਪਹਿਲਾਂ ਲਵਾਈ। ਅੱਜ ਜਿਹੜੇ ਬੰਦਿਆਂ ਨੇ ਲਈ, ਚਾਹੇ ਉਹ ਜਗਦੀਪ ਚੀਮਾ ਸੀ, ਚਾਹੇ ਉਹ ਰਾਜੂ ਖੰਨਾ ਸੀ, ਚਾਹੇ ਵੱਖ-ਵੱਖ ਬੰਦੇ ਜਿਹੜੇ ਲੜੇ ਸੀ ਚੋਣ, ਇੱਕ ਅਮਲੋਹ ਤੋਂ ਲੜਿਆ, ਇੱਕ ਸਰਹੰਦ ਤੋਂ ਲੜਿਆ, ਜਿਹੜੇ ਫਤਿਹਗੜ੍ਹ ਸਾਹਿਬ ਦੇ ਮੇਨ ਉਹਦੇ ਚ ਸੀ, ਇੱਕ SGPC ਮੈਂਬਰ ਵੀ ਉਹਨਾਂ ਸੀ। ਉਹਨਾਂ ਨੇ ਕਿਹਾ ਅਸੀਂ ਪ੍ਰਧਾਨ ਜੀ ਨਾਲ ਡਟ ਕੇ ਖੜੇ ਆ। ਸੁਖਬੀਰ ਬਾਦਲ ਜਿਵੇਂ ਕਹਿੰਦੇ ਨੇ ਅੱਗੇ ਵਧੋ ਅਸੀਂ ਤੋਂ ਨਾਲ ਆ, ਜਿਹੜਾ ਉਹ ਨਾਰਾ ਲੱਗਦਾ ਨਾ ਜਿਹੜਾ ਹੋਇਆ ਜਾਂ। ਤੇ ਜਦੋਂ ਕੁਝ ਬੰਦਿਆਂ ਨਾਲ ਗੱਲ ਵੀ ਹੁੰਦੀ ਹੈ ਉਹਨਾਂ ਨੂੰ ਕਹਿੰਦਾ ਟੈਕਨੀਕਲੀ ਕੀ ਹੈ ਤੁਹਾਡਾ ਸੰਵਿਧਾਨ ਕੀ ਕਹਿੰਦਾ, ਕਹਿੰਦੇ ਜੀ ਸੰਵਿਧਾਨ ਤਾਂ ਪਤਾ ਨਹੀਂ, ਪਰ ਇੱਕ ਗੱਲ ਇਹ ਜ਼ਰੂਰ ਹੈ ਵੀ ਪਾਰਟੀ ਇਕੱਠੀ ਰਹਿਣੀ ਚਾਹੀਦੀ ਹੈ, ਵਿਰੋਧ ਉਸ ਲੈਵਲ ਤੇ ਨਹੀਂ ਹੋਣਾ ਚਾਹੀਦਾ। ਉਹ ਉੱਥੇ ਤੱਕ ਇੱਕ ਮਾਹੌਲ ਚੱਲਦਾ। ਕੁਝ ਇਹੋ ਜਿਹੇ ਸੱਜਣਾ ਨਾਲ ਵੀ ਗੱਲ ਹੋਈ, ਇੱਕ ਦੋ ਲੀਡਰਾਂ ਨੇ ਹੋਰ ਜ਼ਿਲ੍ਹਿਆਂ 'ਚ ਗੱਲ ਕੀਤੀ। ਮੋਹਾਲੀ ਜ਼ਿਲ੍ਹੇ ਦੇ ਇੱਕ ਠੀਕ ਠਾਕ ਲੀਡਰ ਨੂੰ ਫੋਨ ਕਿਸੇ ਦੂਜੇ ਦਾ ਆਉਂਦਾ ਕਿ ਤੁਸੀਂ ਇੱਥੇ ਬਿਆਨ ਦਿਓ ਪ੍ਰਧਾਨ ਜੀ ਦੇ ਅਸਤੀਫੇ ਦੇ ਵਾਸਤੇ, ਅਸੀਂ ਤੁਹਾਡੀ ਸਪੋਰਟ ਕਰਾਂਗੇ ਤੇ ਆਪਾਂ ਰਲ ਕੇ ਬਿਆਨਾਂ ਦਾ ਇੱਕ ਦੌਰ ਚਲਾਈਏ। ਦੂਜੇ ਪਾਸੇ ਵਾਲੇ ਦੂਜੇ ਨੂੰ ਫੋਨ ਕਰਦੇ ਨੇ ਵੀ ਜੇ ਇਹੋ ਜਿਹਾ ਚੱਲਿਆ ਤੁਸੀਂ ਤਿਆਰ ਰਹਿਣਾ ਕਿ ਦੂਸਰਾ ਬੰਦਾ ਵੀ ਫਿਰ ਬਣੇ। ਤਾਂ ਇਹਦਾ ਮਤਲਬ ਅੰਦਰ ਖਾਤੇ ਜਿਹੜਾ ਉਬਾਲਾ ਆ ਰਿਹਾ ਹੈ ਉਹ ਛੇਤੀ ਕਿਤੇ ਦਬਣ ਵਾਲਾ ਨਹੀਂ। ਕੱਲ ਨੂੰ ਕੋਈ ਇੱਕ ਦੋ ਹੋਰ ਬਿਆਨ ਆ ਜਾਣਗੇ, ਫਿਰ ਕੋਈ ਹੋਰ ਦੇ ਦੇਗਾ, ਤਾਂ ਅੱਗੇ ਚੱਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਫਿਲਹਾਲ। ਜੇਕਰ ਕੋਈ ਜਲਦੀ ਕੋਈ ਬੈਠ ਕੇ ਕੋਈ ਹੱਲ ਜਾਂ ਇਹਦਾ ਕੋਈ ਪ੍ਰੋਸੀਜਰ ਲਾਗੂ ਨਾ ਕੀਤਾ ਕਿ ਹੁਣ ਭੰਗ ਤਾਂ ਸਾਰੇ ਕਰਤੇ। ਲੋਕ ਇੱਕ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਜਿਹੜੀਆਂ ਉਹਨਾਂ ਦੀਆਂ ਜਨਤਕ ਜਥੇਬੰਦੀਆਂ ਸੀ ਜਾਂ ਮਤਲਬ ਫਰੰਟ ਸੀਗੇ ਹੋਰ ਅਕਾਲੀ ਦਲ ਦੇ, ਉਹਨਾਂ ਨੂੰ ਤਾਂ ਕਿਸੇ ਉਹਦੇ ਚ ਵੀ ਨਹੀਂ ਕਿਹਾ ਗਿਆ ਕਿ ਇਹਨਾਂ ਨੂੰ ਭੰਗ ਕਰ ਦਿਓ। ਜਿਹੜੀ ਰਿਪੋਰਟ ਸੀ ਉਹ ਤਾਂ ਠੀਕ ਠਾਕ ਕੰਮ ਕਰ ਹੀ ਰਹੇ ਸੀ ਵਿਚਾਰੇ, ਆਪੋ ਆਪਣਾ ਜਿੰਨਾ ਕੁ ਉਹਨਾਂ ਨੂੰ ਦਿੱਤੀ ਗਈ ਗੱਲ ਸੀ। ਜਿਹੜੇ ਭੰਗ ਕਰਨੇ ਸੀ ਉਹਨਾਂ ਦੇ ਵਿੱਚ ਅਜੇ ਰਹਿ ਰਹੀ ਹੈ ਗੱਲ। ਔਰ ਅੰਦਰ ਇਹ ਜ਼ੋਰ ਅਜਮਾਈ ਵੀ ਹੋ ਰਹੀ ਹੈ ਆਪੋ ਆਪਣੇ ਬੰਦਿਆਂ ਨੂੰ ਕਹਿਣ ਦੀ। ਜਦੋਂ ਉਹ ਜ਼ੋਰ ਅਜਮਾਈ ਚੱਲ ਪਏ ਤਾਂ ਇੱਕ ਦੂਜੇ ਨੂੰ ਪਤਾ ਵੀ ਲੱਗਦਾ ਰਹਿੰਦਾ, ਤਾਂ ਇਹਦਾ ਮਤਲਬ ਲੱਗਦਾ ਕਿ ਲੜਾਈ ਖੁੱਲ੍ਹੇਆਮ ਆਉਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਬਿਲਕੁਲ ਭਾਸਕਰ ਸਾਹਿਬ, ਆਖਰੀ ਟਿੱਪਣੀ ਤੁਸੀਂ ਜਾਣਾ, ਮੈਨੂੰ ਪਤਾ ਤੁਸੀਂ ਕਾਲੀ ਚੋ ਜੀ। ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਇੱਕ ਦੌਰ ਦੇ ਵਿੱਚ ਲੜਾਈ ਚੱਲੀ ਸੀਗੀ, ਜਦ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਪੋਸਟਰਵਾਰ ਸ਼ੁਰੂ ਹੋਈ ਸੀ ਔਰ ਸਾਰੇ MLA ਨੂੰ ਮੁੱਖ ਮੰਤਰੀ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ, ਫੋਨ ਜਾਂਦਾ ਸੀਗਾ ਵੀ ਬੋਰਡ ਲਾ ਦਿਓ ਸ਼ਹਿਰ ਦੇ ਵਿੱਚ, ਸਾਡਾ ਕੈਪਟਨ ਜਾਂ ਕੈਪਟਨ ਇੱਕੋ ਹੀ ਹੁੰਦਾ ਹੈ, ਪੰਜਾਬ ਦਾ ਕੈਪਟਨ ਇੱਕੋ ਹੀ, ਮਤਲਬ ਇਸ ਤਰ੍ਹਾਂ ਦੇ ਬੋਰਡ ਲਾਏ ਗਏ ਸੀ। ਉਦਾਂ ਦਾ ਕੁਝ ਹਾਲਾਤ ਹੁਣ ਅਕਾਲੀ ਦਲ ਦੇ ਵਿੱਚ ਵੀ ਦੇਖੇ ਜਾ ਰਹੇ ਨੇ। ਅਕਾਲੀ ਲੀਡਰਾਂ ਨੂੰ ਫੋਨ ਜਾ ਰਹੇ ਨੇ, ਵਰਕਰਾਂ ਨੂੰ ਫੋਨ ਜਾ ਰਹੇ ਨੇ, ਪ੍ਰੈਸ ਕਾਨਫਰੰਸ ਕਰੋ, ਜਿੱਦਾਂ ਹੁਣੇ ਹਮੀਰ ਸਿੰਘ ਜੀ ਕਹਿ ਕੇ ਹਟੇ ਨੇ ਕਿ ਵੀ ਦੋਨੇ ਧੜੇ ਤੋਂ। ਹੁਣ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਨਹੀਂ ਵੰਡਿਆ ਗਿਆ। ਅਸੀਂ ਕਈ ਵਾਰ ਇਹ ਗੱਲ ਕਹਿੰਦੇ ਨੇ ਕਿ ਵੀ ਹੁਣ ਦੋ ਧੜਿਆਂ ਦੇ ਵਿੱਚ ਅਕਾਲੀ ਦਲ ਵੰਡਿਆ ਜਾਏਗਾ। ਇਹ ਧੜੇ ਫਿਲਹਾਲ ਹੈਗੇ ਨੇ ਤਿੰਨ। ਇੱਕ ਹੈਗਾ ਜਿਹੜਾ ਸੁਖਬੀਰ ਬਾਦਲ ਦਾ ਰੈਜ਼ਿਗਨੇਸ਼ਨ ਮੰਗਦਾ ਹੈ, ਇੱਕ ਹੈਗਾ ਜਿਹੜਾ ਸੁਖਬੀਰ ਬਾਦਲ ਦਾ ਇਹ ਕਹਿੰਦੇ ਨੇ ਵੀ ਨਹੀਂ ਪ੍ਰਧਾਨ ਤੇ ਸੁਖਬੀਰ ਬਾਦਲ ਹੀ ਦੇਣਾ ਚਾਹੀਦਾ। ਜਿਹੜਾ ਤੀਜਾ ਧੜਾ ਹੈ ਜਿਹੜਾ ਸਭ ਤੋਂ ਵੱਡਾ ਹੈ ਉਹ ਹਜੇ ਦੇਖ ਰਿਹਾ ਹੈ ਕਿ ਵੀ ਕਿਸ ਪਾਸੇ ਜਾਈਏ। ਉਹਦਾ ਕਾਰਨ ਹੈ ਕਿ ਉਹ ਨਾ ਤੇ ਸੁਖਬੀਰ ਨੂੰ ਸਪੋਰਟ ਕਰਨਾ ਚਾਹੁੰਦੇ ਨੇ, ਨਾ ਹੀ ਸੁਖਬੀਰ ਉਹਨਾਂ ਦੇ ਖਿਲਾਫ ਕੁਝ ਕਹਿਣ ਦੀ ਹਜੇ ਹਿੰਮਤ ਕਰ ਪਾ ਰਹੇ ਨੇ। ਪਰ ਮੈਨੂੰ ਇਹ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਿੰਮਤ ਵਧੂਗੀ ਔਰ ਸੁਖਬੀਰ ਬਾਦਲ ਉਹਨਾਂ ਵਾਸਤੇ ਮੁਸ਼ਕਿਲਾਂ ਹੋਰ ਖੜੀ ਹੋਣਗੀਆਂ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਫੋਨ ਜਾ ਰਹੇ ਨੇ ਪ੍ਰੈਸ ਕਾਨਫਰੰਸ ਕਰੋ ਸੁਖਬੀਰ ਬਾਦਲ ਦੇ ਹੱਕ ਵਿੱਚ, ਉਹਨਾਂ ਵਿੱਚੋਂ ਕੁਝ ਲੋਕ ਨਾ ਵੀ ਕਰ ਰਹੇ ਨੇ। ਜਿੱਦਾਂ ਹੁਣੇ ਹਮੀਰ ਸਿੰਘ ਜੀ ਨੇ ਨਾਂ ਲਿਆ, ਕਈ ਨਾਂ ਲਏ, ਉਹਦੇ ਵਿੱਚੋਂ ਇੱਕ ਲਿਆ ਨਾਂ ਉਹਨਾਂ ਨੇ ਸਰਬਜੋਤ ਸਿੰਘ ਸਾਬੀ। ਔਰ ਜਿਸ ਤਰ੍ਹਾਂ ਹਮੀਰ ਸਿੰਘ ਜੀ ਦੱਸ ਰਹੇ ਸੀ ਵੀ ਉਹਨਾਂ ਨੇ ਵੀ ਪ੍ਰਧਾਨ ਦਾ ਅਸਤੀਫਾ ਮੰਗਿਆ ਔਰ ਉਹ ਇੱਕ ਤਰੀਕੇ ਨਾਲ ਮਜੀਠੀਆ ਸਾਹਿਬ ਦੇ ਬੜੇ ਖਾਸ ਮੰਨੇ ਜਾਂਦੇ ਨੇ। ਅਗਰ ਇਹ ਗੱਲ ਸਹੀ ਹੈ ਕਿ ਸਰਬਜੋਤ ਸਿੰਘ ਸਾਬੀ ਉਹਨਾਂ ਵੀ ਸੁਖਬੀਰ ਬਾਦਲ ਉਹਨਾਂ ਦਾ ਅਸਤੀਫਾ ਮੰਗ ਰਹੇ ਨੇ, ਤੇ ਇਹ ਫਿਰ ਅਕਾਲੀ ਦਲ ਦੇ ਵਿੱਚ ਇਹ ਲੜਾਈ ਕਿੱਥੇ ਤੱਕ ਜਾਏਗੀ। ਜਿਹੜੇ ਸਾਡੇ ਅਕਾਲੀ ਦਲ ਦੇ ਲੀਡਰ ਜੇਲ੍ਹ ਵਿੱਚ ਬੰਦ ਨੇ, ਉੱਥੋਂ ਵੀ ਇੱਕ ਧੜੇ ਨੂੰ ਸਪੋਰਟ ਕੀਤੀ ਜਾ ਰਹੀ ਹੈ। ਇਹ ਇੰਡੀਕੇਸ਼ਨ ਉਸ ਪਾਸੇ ਜਾ ਰਿਹਾ ਹੈ। ਸਰਬਜੋਤ ਸਿੰਘ ਸਾਬੀ ਦੇ ਮਾਮਲੇ 'ਚ ਡਾਇਰੈਕਟ ਕੋਈ ਗੱਲ ਸਾਹਮਣੇ ਨਹੀਂ ਆਈ। ਇੱਕ ਅਖਬਾਰ ਦੀ ਜਲੰਧਰੋਂ ਸ਼ਬਦ ਦੀ ਇੱਕ ਅਖਬਾਰ ਦੀ ਰਿਪੋਰਟ ਦੇ ਆਧਾਰ ਤੇ ਸਰਦਾਰ ਹਮੀਰ ਸਿੰਘ ਸ਼ਾਇਦ ਗੱਲ ਕਰ ਰਿਹਾ ਔਰ ਡਾਇਰੈਕਟ ਨਾ ਉਹਨਾਂ ਨਾਲ ਗੱਲ ਹੋਈ ਹੈ ਔਰ ਨਾ ਜੀ ਮੈਂ ਵੀ ਕਿਹਾ ਕਿ ਅਗਰ ਉਹਨਾਂ ਨੇ ਵੀ ਪ੍ਰਧਾਨ ਦਾ ਅਸਤੀਫਾ ਮੰਗਿਆ ਤੇ ਇਹ ਸਮਝਿਆ ਜਾਏ ਕਿ ਤੀਜੀ ਧਿਰ ਵੀ ਕੰਮ ਕੁਝ ਕਰ। ਮੈਂ ਅਖਬਾਰ ਤੋਂ ਬਿਨਾਂ ਜਿਹੜੇ ਬੰਦਿਆਂ ਨੂੰ ਉਹਨਾਂ ਦਾ ਫੋਨ ਆਇਆ ਮੈਂ ਉਹਨਾਂ ਦੀ ਕਨਫਰਮੇਸ਼ਨ ਤੇ ਗੱਲ ਕਰ ਰਿਹਾ। ਵੈਰੀ ਗੁੱਡ। ਅੱਛਾ ਬਸ ਠੀਕ ਹੈ, ਹੁਣ ਇੰਨੀ ਪੁਸ਼ਟੀ ਹੋ ਗਈ ਤੇ ਹੋਰ ਕੀ ਚਾਹੀਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ ਜੀ।